ਸੰਗਤ ਜੀ, ਪਿਛਲੇ ਕੁਝ ਦਿਨਾਂ ਤੋਂ ਆਪਾਂ ਅਨੰਦਪੁਰ ਸਾਹਿਬ ਦੇ ਇਤਿਹਾਸ ਦੇ ਨਾਲ ਜੁੜੇ ਹੋਏ ਸੀ। ਇਸ ਦੌਰਾਨ ਹੀ ਕੁਝ ਹੋਰ ਇਤਿਹਾਸਕ ਦਿਹਾੜੇ ਜਿਹੜੇ ਆਏ, ਉਹਨਾਂ ਦੇ ਪਰਥਾਏ ਵੀ ਆਪਾਂ ਵਿਚਾਰਾਂ ਸਾਂਝੀਆਂ ਕੀਤੀਆਂ। ਅੱਜ ਫਿਰ ਉਸੇ ਲੜੀ ਨੂੰ ਆਪਾਂ ਅੱਗੇ ਤੋਰਨਾ ਹੈ। ਇਹਨਾਂ ਦਿਨਾਂ ਦੇ ਵਿੱਚ ਜਿੱਥੇ ਦੁਨੀਆ ਬੜੀ ਭੈਭੀਤ ਹੋਈ ਪਈ ਹੈ, ਕਰੋਨਾ ਦੀ ਮਹਾਮਾਰੀ ਦੇ ਨਾਲ ਹਰ ਪਾਸੇ ਬੜੇ ਵੱਡੇ ਦੁਖਾਂਤ ਵਾਪਰਦੇ ਪਏ ਨੇ। ਅਸੀਂ ਕੋਸ਼ਿਸ਼ ਕਰਦੇ ਪਏ ਹਾਂ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਦੇ ਨਾਲ ਜੁੜਿਆ ਜਾਏ, ਕਿਉਂਕਿ ਜੇ ਦੇਖਿਆ ਜਾਏ ਤਾਂ ਦੁਨੀਆ ਦਾ ਸਭ ਤੋਂ ਵੱਡਾ ਵੈਦ ਉਹ ਆਪ ਹੀ ਹੈ। ਮੇਰਾ ਵੈਦ ਗੁਰੂ ਗੋਬਿੰਦਾ। ਜਿੰਨੇ ਕੋਈ ਬਣਤ ਬਣਾਈ ਹੁੰਦੀ ਹੈ, ਉਹਨੂੰ ਉਸ ਦੀ ਹਰ ਭੇਤ ਦਾ ਪਤਾ ਹੁੰਦਾ ਹੈ। ਸੋ ਸਾਡਾ ਕਰਤਾ ਤਾਂ ਉਹੀ ਹੈ ਨਾ, ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੇ। ਸੋ ਸਾਨੂੰ ਸਾਰਿਆਂ ਨੂੰ ਸਾਜਣ ਵਾਲਾ ਉਹ ਮਾਲਕ ਆਪ ਹੈ, ਤੇ ਸਭ ਤੋਂ ਵੱਡਾ ਵੈਦ ਵੀ ਉਹੀ ਹੈ। ਤੇ ਜੇ ਉਹ ਚਾਹੇ ਤਾਂ ਪ੍ਰਭ ਭਾਵੈ ਬਿਨ ਸਾਸ ਤੇ ਰੱਖੇ, ਉਹ ਬਿਨਾਂ ਸਵਾਸਾਂ ਤੋਂ ਵੀ ਰੱਖ ਸਕਦਾ ਹੈ। ਔਖਦ ਆਵੇ ਰਾਸ ਵਿੱਚ ਆਪ ਖਲੋਆ। ਦਵਾ ਦਾਰੂ ਜਿਹੜਾ ਉਹ ਵੀ ਫੇਰ ਹੀ ਕਾਰਗਰ ਸਿੱਧ ਹੁੰਦਾ ਜੇ ਉਹਦੀ ਮਿਹਰ ਰਹਿਮਤ ਵਿੱਚ ਆਣ ਖਲੋਵੇ ਤਾਂ। ਸੋ ਇਸ ਔਖੀ ਘੜੀ ਦੇ ਵਿੱਚ ਆਪਾਂ ਮਾਲਕ ਦੇ ਚਰਨਾਂ ਦੇ ਨਾਲ ਜੁੜਨ ਦਾ ਨਿਰੰਤਰ ਉਪਰਾਲਾ ਕਰਦੇ ਪਏ ਹਾਂ। ਗੁਰੂ ਦੀ ਬਾਣੀ ਦੇ ਜਾਪ, ਚੌਪਈ ਸਾਹਿਬ ਦੇ ਜਾਪ, ਹੋਰ ਬਾਣੀਆਂ ਦੇ ਨਾਲ ਜੁੜ ਕੇ, ਨਾਮ ਦੇ ਨਾਲ ਜੁੜ ਕੇ, ਕਿਉਂਕਿ ਇੱਕ ਗੱਲ ਤਾਂ ਇਸ ਦੌਰਾਨ ਬੜੀ ਪ੍ਰਤੱਖ ਹੋ ਚੁੱਕੀ ਹੈ ਕਿ ਜਿਹੜਾ ਮਰੀਜ਼ ਜਿੰਨੀ ਜ਼ਿਆਦਾ ਚੜ੍ਹਦੀ ਕਲਾ ਦੇ ਵਿੱਚ ਸੀ, ਉਹ ਓਨਾ ਹੀ ਇਸ ਤੋਂ ਜਲਦੀ ਰਿਕਵਰ ਹੋ ਪਾਇਆ। ਵੈਸੇ ਵੀ ਖਾਲਸਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਉਸ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਚੜ੍ਹਦੀ ਕਲਾ ਆਪ ਬਖਸ਼ੀ ਹੈ। ਹਾਲਾਤ ਕਿੰਨੇ ਵੀ ਵਿਪਰੀਤ ਕਿਉਂ ਨਾ ਹੋ ਜਾਣ, ਖਾਲਸਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਗੁਰੂ ਦੇ ਭਰੋਸੇ, ਗੁਰੂ ਦੇ ਆਸਰੇ ਚੱਲਦਾ ਰਿਹਾ ਤੇ ਚੱਲਦਾ ਰਹਿਣਾ। ਬੜੀਆਂ ਬੜੀਆਂ ਵੱਡੀਆਂ ਮੰਜ਼ਲਾਂ ਇਸ ਨੇ ਸਰ ਕੀਤੀਆਂ, ਬੜੀਆਂ ਔਖਿਆਈਆਂ ਝਾਕੀਆਂ, ਪਰ ਆਪਣਾ ਉਹ ਜਜ਼ਬਾ ਕਮਜ਼ੋਰ ਨਹੀਂ ਹੋਣ ਦਿੱਤਾ, ਤੇ ਉਸ ਨੂੰ ਆਪਾਂ ਹੁਣ ਵੀ ਕਮਜ਼ੋਰ ਨਹੀਂ ਹੋਣ ਦੇਣਾ। ਸੋ ਇਹ ਜੋ ਆਪਾਂ ਪ੍ਰੋਗਰਾਮ ਇਸ ਢੰਗ ਦੇ ਨਾਲ ਆਪ ਜੀ ਵਾਸਤੇ ਨਿੱਤਾ ਪ੍ਰਤੀ ਲੈ ਕੇ ਆਉਂਦੇ ਹਾਂ, ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਹੁਣ ਤੱਕ ਜ਼ਿਆਦਾ ਜਿਹੜੀਆਂ ਸੰਗਤਾਂ ਨੇ ਘਰਾਂ ਵਿੱਚ ਮਹਿਫੂਜ਼ ਨੇ, ਕਿਉਂਕਿ ਜਿਹੜੇ ਆਪਾਂ ਬਿਮਾਰੀ ਤੋਂ ਜਿੰਨੇ ਆਪਾਂ ਬਚੇ ਹਾਂ ਓਨਾ ਹੀ ਭਲਾ ਹੈ। ਜਿੰਨਾ ਆਪਾਂ ਬਾਹਰ ਅੰਦਰ ਜਾਵਾਂਗੇ ਓਨਾ ਹੀ ਸਾਡਾ ਉਸ ਦੀ ਚਪੇਟ ਦੇ ਵਿੱਚ ਆਉਣ ਦਾ ਸਾਡਾ ਜ਼ਿਆਦਾ ਚਾਂਸ ਹੋ ਜਾਂਦੇ ਨੇ। ਸੋ ਅਸੀਂ ਜਿੱਥੋਂ ਤੱਕ ਹੋ ਸਕੇ, ਜ਼ਿਆਦਾਤਰ ਤਾਂ ਸਭ ਪਾਸੇ ਲਾਕਡਾਊਨ ਹੋਏ ਪਏ ਨੇ। ਕੁਝ ਅਮਰੀਕਾ ਦੀਆਂ ਕੁਝ ਸਟੇਟਸ ਨੇ ਜਿੱਥੇ ਕਿ ਅਜੇ ਇਸ ਢੰਗ ਦੇ ਲਾਕਡਾਊਨ ਨਹੀਂ ਆ, ਪਰ ਜ਼ਿਆਦਾਤਰ ਮੁਲਕ ਜਿਹੜੇ ਨੇ ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਆਪਣੇ ਘਰਾਂ ਤੱਕ ਸੀਮਿਤ ਕਰ ਦਿੱਤਾ ਕਿ ਘਰਾਂ 'ਚ ਬੈਠੋ ਤੇ ਆਪਣੇ ਆਪ ਨੂੰ ਬਚਾਓ। ਸੋ ਇਹ ਘੜੀਆਂ ਜਿੱਥੇ ਸਾਡੇ ਵਾਸਤੇ ਬੜੀਆਂ ਪਰੇਸ਼ਾਨੀ ਦਾ ਸਬੱਬ ਵੀ ਨੇ, ਪਰ ਨਾਲ ਹੀ ਨਾਲ ਜੇ ਅਸੀਂ ਦੇਖੀਏ ਤੇ ਸਾਡੇ ਮਨ 'ਚ ਅਕਸਰ ਹੁੰਦਾ ਸੀ ਕਿ ਰੱਬ ਵਾਲੇ ਪਾਸੇ
ਲਗਾਉਣ ਵਾਸਤੇ ਕੋਈ ਬਹੁਤਾ ਟਾਈਮ ਨਹੀਂ ਮਿਲਦਾ। ਸਾਡੇ ਕੋਲ ਟਾਈਮ ਦੀ ਕਮੀ ਹੁੰਦੀ ਸੀ। ਜ਼ਿਆਦਾਤਰ ਜੇ ਕਿਸੇ ਨੂੰ ਪੁੱਛਣਾ ਤਾਂ ਉਹਨੇ ਕਹਿਣਾ ਜੀ ਟਾਈਮ ਨਹੀਂ ਹੈਗਾ, ਜੋਬ 'ਤੇ ਜਾਣਾ, ਇਹ ਕੰਮ ਨੇ, ਉਹ ਕੰਮ ਨੇ। ਸੋ ਸਾਡੇ ਕਾਰ ਵਿਹਾਰ ਬਹੁਤ ਜ਼ਿਆਦਾ ਸਨ ਅਤੇ ਅਸੀਂ ਬੰਦਗੀ ਵਾਸਤੇ, ਨਾਮ ਸਿਮਰਨ ਵਾਸਤੇ ਜਾਂ ਹੋਰ ਐਸੇ ਕਾਰਜਾਂ ਦੇ ਵਾਸਤੇ ਸਮਾਂ ਨਹੀਂ ਸੀ ਕੱਢ ਪਾ ਰਹੇ। ਪਰ ਜੇ ਆਪਾਂ ਇਸ ਚੀਜ਼ ਨੂੰ ਪੋਜ਼ੀਟਿਵਿਟੀ ਵਿੱਚ ਲੈ ਕੇ ਚੱਲੀਏ, ਜਿਵੇਂ ਕਿ ਇੱਕ ਉਦਾਹਰਣ ਆਉਂਦੀ ਹੈ ਨਾ ਕਿ ਅੱਧੇ ਗਲਾਸ ਦੇ ਵਿੱਚ ਜੇ ਪਾਣੀ ਹੋਏ ਤਾਂ ਉਹ ਆਪਣੀ ਸੋਚ ਹੈ ਵੀ ਆਪਾਂ ਉਹਨੂੰ ਕਿਸ ਢੰਗ ਦੇ ਨਾਲ ਡਿਫਾਈਨ ਕਰ ਸਕਦੇ ਹਾਂ। ਜੇ ਆਪਾਂ ਸੋਚੀਏ ਕਿ ਅੱਧਾ ਗਲਾਸ ਖਾਲੀ ਹੈ ਅਤੇ ਫਿਰ ਸਾਡਾ ਮਨ ਹੋਰ ਢੰਗ ਦੇ ਨਾਲ ਸੋਚੇਗਾ, ਅਤੇ ਜੇ ਆਪਾਂ ਸੋਚੀਏ ਕਿ ਅੱਧਾ ਗਲਾਸ ਭਰਿਆ ਹੋਇਆ, ਫਿਰ ਸਾਨੂੰ ਉਹਦੇ 'ਚ ਉਮੀਦ ਦਿਖੇਗੀ। ਸੋ ਅਸੀਂ ਪੋਜ਼ੀਟਿਵਿਟੀ ਨੂੰ ਜੇਕਰ ਲੈ ਕੇ ਚੱਲੀਏ ਤਾਂ ਇਹ ਸਮਾਂ ਸਾਡੇ ਵਾਸਤੇ ਬੜਾ ਮਿਹਰ ਦਾ ਸਾਬਤ ਹੋ ਸਕਦਾ ਹੈ। ਜਿੱਥੇ ਆਪਾਂ ਬਾਹਰ ਦੀ ਜਿਹੜਾ ਬਿਮਾਰੀ ਦਾ ਪ੍ਰਕੋਪ ਹੈ ਉਹਦੇ ਤੋਂ ਬਚ ਸਕਦੇ ਹਾਂ, ਉੱਥੇ ਅਸੀਂ ਆਪਣੇ ਗੁਰੂ ਦੇ ਅਤੇ ਆਪਣੇ ਆਪ ਦੇ ਹੋਰ ਨੇੜੇ ਹੋ ਸਕਦੇ ਹਾਂ। ਕੁਝ ਸਮਾਂ ਆਪਾਂ ਆਪਣੇ ਆਪ ਦੇ ਨਾਲ ਬਸਰ ਕਰੀਏ। ਆਪਾਂ ਮਹਿਸੂਸ ਕਰੀਏ ਕਿ ਅਸੀਂ ਕੌਣ ਹਾਂ, ਕਿੱਥੋਂ ਆਏ ਹਾਂ, ਕਿੱਥੇ ਜਾਣਾ ਹੈ, ਕਾਹਦੇ ਲਈ ਆਏ ਸੀ, ਕੀ ਕਰਦੇ ਪਏ ਸੀ, ਜੋ ਕਰਦੇ ਪਏ ਸੀ ਠੀਕ ਸੀ, ਜੇ ਨਹੀਂ ਸੀ ਠੀਕ ਤਾਂ ਫਿਰ ਹੁਣ ਉਹਨੂੰ ਠੀਕ ਕਰ ਲਈਏ, ਕਿਉਂਕਿ ਸਮਾਂ ਮਿਲ ਗਿਆ ਆਪਾਂ ਪੜਚੋਲਣ ਦਾ। ਸੋ ਇਸ ਸਭ ਦੇ ਦੌਰਾਨ ਅਸੀਂ ਸੇਧ ਲੈ ਰਹੇ ਹਾਂ ਗੁਰ ਇਤਿਹਾਸ ਤੋਂ, ਵਿਸ਼ੇਸ਼ ਰੂਪ ਦੇ ਵਿੱਚ ਡਾਕਟਰ ਭਾਈ ਵੀਰ ਸਿੰਘ ਜੀ, ਸੰਤ ਕਵੀ, ਸੰਤ ਲੇਖਕ, ਉਹਨਾਂ ਨੇ ਬਹੁਤ ਸੋਹਣਾ ਸ਼੍ਰੀ ਕਲਗੀਧਰ ਚਮਤਕਾਰ ਲਿਖਿਆ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪਿੱਤਰ ਜੀਵਨ ਦੇ ਉੱਪਰ। ਸੋ ਉਹਦੇ ਵਿੱਚੋਂ ਅਸੀਂ ਉਸ ਗੁਰੂ ਇਤਿਹਾਸ ਦੇ ਨਾਲ ਜੁੜੇ ਹਾਂ, ਜਿੱਥੇ ਉਹਨਾਂ ਨੇ ਵਿਖਿਆਨ ਕੀਤਾ ਕਿ ਅਨੰਦਪੁਰ ਸਾਹਿਬ ਦੇ ਵਿੱਚ ਜਦੋਂ ਪੋਹ ਦੀ 7ਵੀਂ ਆਉਂਦੀ ਸੀ ਅਤੇ ਕਿਸ ਢੰਗ ਦੇ ਨਾਲ ਮਨਾਈ ਜਾਂਦੀ ਸੀ। ਸੋ ਪਿੱਛੇ 2 ਦਿਨ ਅਸੀਂ ਇਸ ਵਿਚਾਰ ਦੇ ਨਾਲ ਜੁੜੇ ਸੀ, ਜੋ ਗੁਲਾਬਾ ਅਤੇ ਗੁਲਾਬੀ ਜਿਹੜੇ ਕਿ ਹੁਸ਼ਿਆਰਪੁਰ ਦੇ ਰਹਿਣ ਵਾਲੇ, ਪਹਿਲਾਂ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਡਰਦੇ ਇਸਲਾਮ ਨੂੰ ਧਾਰਨ ਕਰ ਲਿਆ, ਫਿਰ ਦਿੱਲੀ ਦੇ ਵਿੱਚ ਇੱਕ ਬਾਗ ਦੇ ਵਿੱਚ ਮਾਲੀ ਮਾਲਣ ਦੀ ਨੌਕਰੀ ਕੀਤੀ, ਉੱਥੋਂ ਫਿਰ ਜਿਹੜਾ ਉੱਥੇ ਦਾ ਉਹਨਾਂ ਦਾ ਮਾਲਕ ਸੀ ਅਬੁਲ ਤੁਰਾਬ ਹਕੀਮ, ਜਿਹਦੇ ਬਾਗ ਦੇ ਵਿੱਚ ਨੌਕਰੀ ਕਰਦੇ ਸਨ, ਉਹਨੂੰ ਔਰੰਗਜ਼ੇਬ ਨੇ ਜਸੂਸੀ ਦਾ ਕੰਮ ਦੇ ਦਿੱਤਾ ਕਿ ਅਨੰਦਪੁਰ ਸਾਹਿਬ ਜਾ ਕੇ ਜਸੂਸੀ ਕਰਕੇ ਮੈਨੂੰ ਰਿਪੋਰਟ ਭੇਜ। ਅੱਗੋਂ ਇਹਨਾਂ 'ਤੇ ਉਹਨੇ ਭਰੋਸਾ ਕਰਦੇ ਹੋਏ ਇਹਨਾਂ ਨੂੰ ਐਡਵਾਂਸ ਪਾਰਟੀ ਭੇਜ ਦਿੱਤਾ ਕਿ ਤੁਸੀਂ ਹਿੰਦੂ ਲਿਬਾਸ ਦੇ ਵਿੱਚ ਜਾਓ ਅਤੇ ਉੱਥੇ ਵਿਚਰੋ ਅਤੇ ਮੈਨੂੰ ਦੱਸੋ ਕੀ ਚੱਲਦਾ ਪਿਆ। ਸੋ ਇਹ ਸਾਰੀ ਵਾਰਤਾ ਆਪਾਂ ਪਿੱਛੇ ਸਰਵਣ ਕੀਤੀ। ਉਹ ਗੁਲਾਬਾ ਗੁਲਾਬੀ ਇੱਥੇ ਆਉਂਦੇ ਨੇ ਕਿਉਂਕਿ ਪਹਿਲਾਂ ਵੀ ਉਹਨਾਂ ਦੇ ਮਨ 'ਚ ਸੀਗਾ ਕਿ ਅਸੀਂ ਆਪਣਾ ਧਰਮ ਛੱਡ ਦਿੱਤਾ ਡਰ ਦੇ ਵਿੱਚ ਆ ਕਰਕੇ। ਇੱਥੇ ਆ ਕੇ ਉਹਨਾਂ ਨੂੰ ਬਹੁਤ ਰਹਿਮਤਾਂ ਭਰਿਆ ਸਮਾਂ ਪ੍ਰਾਪਤ ਹੁੰਦਾ ਹੈ। ਸੋ ਜੇ ਆਪਾਂ ਸਾਰੀ ਵਿਚਾਰ ਦੁਬਾਰਾ ਇਸ ਢੰਗ ਨਾਲ ਕਰਨ ਲੱਗੇ ਤਾਂ ਮੈਨੂੰ ਲੱਗਦਾ ਜ਼ਿਆਦਾ ਸਮਾਂ ਹੋ ਜਾਏਗਾ। ਸੋ ਮੁੱਖ ਰੂਪ ਦੇ ਵਿੱਚ ਉਹ ਪ੍ਰਭਾਵਿਤ ਹੋ ਜਾਂਦੇ ਨੇ ਅਨੰਦਪੁਰ ਸਾਹਿਬ ਵਿਖੇ ਆ ਕੇ। ਇੱਥੇ ਕੇਸਰਾ ਸਿੰਘ ਅਤੇ ਕਰਮ ਕੌਰ ਜਿਹੜੇ ਕਿ ਬਾਗ ਦੇ ਮੁੱਖ ਮਾਲੀ ਆ ਅਤੇ ਉਹਨਾਂ ਦੀ ਸਿੰਘਣੀ ਆ, ਉਹਨਾਂ ਦੇ ਸੰਪਰਕ ਵਿੱਚ ਆ ਕੇ ਇੱਥੇ ਰਹਿੰਦੇ ਨੇ, ਪ੍ਰਭਾਵਿਤ ਹੁੰਦੇ ਨੇ ਅਤੇ ਮਨ ਕਰਕੇ ਸੇਵਾ 'ਚ ਲੱਗ ਜਾਂਦੇ ਨੇ। ਮਨ ਅਜੇ ਟਿਕ ਹੀ ਰਿਹਾ ਹੁੰਦਾ ਸੇਵਾ ਦੇ ਪਾਸੇ ਕਿ ਉੱਧਰੋਂ ਹਕੀਮ ਸਾਹਿਬ ਵੀ ਆ ਜਾਂਦੇ ਨੇ, ਅਬੁਲ ਤੁਰਾਬ, ਅਤੇ ਉਹਨਾਂ ਦੇ ਨਾਲ ਫਿਰ ਇਹ ਗੱਲ ਸਿੱਧੀ ਖੋਲ੍ਹ ਲੈਂਦੇ ਵੀ ਹੁਣ ਅਸੀਂ ਤੁਹਾਡੇ ਵਾਸਤੇ ਕੰਮ ਨਹੀਂ ਕਰ ਸਕਦੇ, ਸਾਡਾ ਮਨ ਹੁਣ ਗੁਰੂ ਦੀ ਸੇਵਾ ਦੇ ਵਿੱਚ ਲੱਗਣ ਨੂੰ ਕਰ ਰਿਹਾ ਅਤੇ ਤੁਸੀਂ ਸਾਨੂੰ ਖਿਮਾ ਦਿਓ। ਅਸੀਂ ਤੁਹਾਡਾ ਲੂਣ ਖਾਧਾ, ਜੇ ਸਾਨੂੰ ਦੋਸ਼ੀ ਮੰਨਦੇ ਹੋ ਤਾਂ ਭਾਵੇਂ ਸਾਡਾ ਸਿਰ ਵੱਢ ਦਿਓ, ਪਰ ਅਸੀਂ ਹੁਣ ਤੁਹਾਡੇ ਨਾਲ ਨਹੀਂ ਚੱਲ ਸਕਣਾ।
ਹਕੀਮ ਚੰਗਾ ਫੈਸਲਾ ਲੈਂਦਾ, ਇੱਥੇ ਅਬੁਲ ਤੁਰਾਬ ਇਹਨਾਂ ਨੂੰ ਆਜ਼ਾਦ ਕਰ ਦਿੰਦਾ। ਖੈਰ ਅਜੇ ਥੋੜ੍ਹਾ ਸਮਾਂ ਹੀ ਗੁਜ਼ਰਿਆ ਹੁੰਦਾ ਕਿ ਹਕੀਮ ਖੁਦ ਬਿਮਾਰ ਪੈ ਜਾਂਦਾ ਅਤੇ ਬਹੁਤ ਜ਼ਿਆਦਾ ਬਿਮਾਰ ਪੈਂਦਾ, ਅਤੇ ਦੋਨੋਂ ਗੁਲਾਬਾ ਅਤੇ ਗੁਲਾਬੀ ਉਸ ਦੀ ਟੇਕ ਕੇਅਰ ਕਰਦੇ ਨੇ, ਉਸਨੂੰ ਸੰਭਾਲਦੇ ਨੇ। ਕਾਫੀ ਲੰਬਾ ਅਰਸਾ, ਕਰੀਬ 21 ਦਿਨ ਉਸ ਦੀ ਪੂਰੀ ਸੰਭਾਲ ਹੁੰਦੀ ਹੈ ਅਤੇ ਉਹਨੂੰ ਹੋਸ਼ ਸੰਭਲਦਾ। ਹੁਣ ਉਹਦਾ ਮਨ ਬਦਲ ਚੁੱਕਾ, ਕਿਉਂਕਿ ਜ਼ਿੰਦਗੀ ਦੇ ਵਿੱਚ ਬੜੇ ਉਹਨੇ ਮਾੜੇ ਕੰਮ ਵੀ ਕੀਤੇ ਹੋਏ ਸੀ, ਪਰ ਹੁਣ ਉਹ ਸੋਚਦਾ ਕਿ ਮੈਨੂੰ ਇੱਕ ਨਵੀਂ ਜ਼ਿੰਦਗੀ ਮਿਲ ਗਈ। ਇਸੇ ਦੌਰਾਨ ਹੀ ਹਕੀਮ ਅਬੁਲ ਤੁਰਾਬ ਇੱਕ ਦਿਨ ਜੰਗਲ ਵਾਲੇ ਪਾਸੇ ਨੂੰ ਜਾਂਦਾ ਅਤੇ ਕੀ ਦੇਖਦਾ ਕਿ ਉੱਥੇ ਇੱਕ ਬੜਾ ਚੰਗੇ ਡੀਲ ਡੋਲ ਵਾਲਾ ਬੰਦਾ ਤੜਫਦਾ ਪਿਆ ਹੈ, ਅਤੇ ਉਹਨੂੰ ਇੱਕ ਸਿੱਖ ਆਉਂਦਾ ਅਤੇ ਉਹਨੂੰ ਲੰਗਰ ਪ੍ਰਸ਼ਾਦਾ ਦਿੰਦਾ, ਅਤੇ ਨਾਲੇ ਉਹਦੀ ਲੱਤ ਦੇ ਉੱਪਰ ਜੋ ਜ਼ਖਮ ਹੁੰਦਾ, ਜਿੱਥੇ ਕਿ ਕੀੜੇ ਚੱਲ ਰਹੇ ਨੇ, ਉਹਦੇ ਉੱਤੇ ਉਹ ਤੇਲ ਵਗੈਰਾ ਲਾਉਂਦਾ, ਚੀਲ ਦਾ ਤੇਲ ਲਾ ਕੇ, ਅਤੇ ਤਾਂ ਕਿ ਉਹਦੇ ਨਾਲ ਉਹ ਕੀੜਿਆਂ ਤੋਂ ਉਹਨੂੰ ਨਿਜਾਤ ਮਿਲ ਸਕੇ। ਸੋ ਮੁੱਖ ਰੂਪ ਵਿੱਚ ਇੱਥੋਂ ਤੱਕ ਆਪਾਂ ਵਿਚਾਰ ਪਿਛਲੇ ਐਪੀਸੋਡਸ ਦੇ ਵਿੱਚ ਕੀਤੀ ਸੀ। ਹੁਣ ਇੱਥੇ ਆ ਕੇ ਅਬੁਲ ਤੁਰਾਬ, ਜੋ ਕਿ ਇੱਕ ਚੰਗਾ ਵਿਦਵਾਨ ਵੀ ਹੈ, ਪਰ ਪਿਛਲੇ ਕਰਮ ਉਹਨੇ ਕਾਫੀ ਮਾੜੇ ਕੀਤੇ ਹੋਏ ਨੇ, ਪਰ ਇੱਥੇ ਆ ਕੇ ਹੁਣ ਉਹਨੂੰ ਪਤਾ ਲੱਗਦਾ ਵੀ ਇਹ ਤਾਂ ਇੱਕ ਬੜਾ ਵੱਡਾ ਡਾਕੂ, ਜਿਹਦਾ ਇਹ ਇਲਾਜ ਕਰਦਾ ਪਿਆ ਹੈ ਸਿੱਖ, ਨਾਲੇ ਉਹਨੂੰ ਰੋਟੀ ਦੇ ਰਿਹਾ, ਵੀ ਐਸੇ ਬੰਦੇ ਦਾ ਤਾਂ ਮਰ ਜਾਣਾ ਹੀ ਚੰਗਾ ਹੁੰਦਾ, ਸਮਾਜ ਤੋਂ ਬੋਝ ਲੱਥਦਾ। ਉਹ ਇਹੀ ਗੱਲ ਉਸ ਸਿੰਘ ਦੇ ਨਾਲ ਕਰਦਾ ਹੈ ਜਿਹੜਾ ਉਹਦੀ ਸੇਵਾ ਕਰਦਾ ਪਿਆ ਸੀ, ਕਿ ਇਹ ਤਾਂ ਬੜਾ ਜ਼ਾਲਮ ਬੰਦਾ, ਤੁਸੀਂ ਇਹਨੂੰ ਕਿਉਂ ਬਚਾ ਰਹੇ, ਇਹਨੂੰ ਮਰ ਲੈਣ ਦਿਓ। ਉਹ ਸਿੰਘ ਦੇ ਨਾਲ ਫਿਰ ਵਾਰਤਾਲਾਪ ਉਸ ਦੀ ਸ਼ੁਰੂ ਹੋ ਜਾਂਦੀ ਹੈ। ਉਹ ਸਿੰਘ ਕਹਿੰਦਾ ਕਿ ਉਹ ਇਹਦਾ ਪਿਛਲਾ ਕਰਮ ਸੀ, ਹੁਣ ਇਹ ਮਜਬੂਰੀ ਵਸ ਹੈ, ਹੁਣ ਇਹ ਲੋੜਵੰਦ ਹੈ, ਅਤੇ ਗੁਰੂ ਸਾਹਿਬ ਦਾ ਹੁਕਮ ਹੈ ਕਿ ਲੋੜਵੰਦ ਦੀ ਸੇਵਾ ਕਰਨੀ ਹੈ ਸੀ। ਇਹਦਾ ਉਹ ਜੋ ਕਰਮ ਸੀ ਉਹ ਗੁਰੂ ਜਾਣੇ ਚਾਹੇ ਜਾਣੇ, ਪਰ ਅਸੀਂ ਉਸ ਰੱਬ ਦੀ ਅੰਸ਼ ਸਮਝ ਕੇ, ਕਹੋ ਕਬੀਰ ਹਮ ਰਾਮ ਕੀ ਅੰਸ਼, ਅਸੀਂ ਉਸ ਰੱਬ ਦਾ ਬੰਦਾ ਸਮਝ ਕੇ ਇਸ ਦੀ ਸੇਵਾ ਕਰਦੇ ਪਏ ਹਾਂ, ਇਹਨੂੰ ਅਨਜਲ ਦਿੰਦੇ ਹਾਂ, ਜਿਹੜੇ ਇਹਦੇ ਜ਼ਖਮ ਨੇ ਉਹਦੇ ਵਾਸਤੇ ਜਿੰਨੀ ਹੋ ਸਕਦਾ ਮਰਮ ਪੱਟੀ ਕਰ ਦਿੰਦੇ ਹਾਂ। ਬਾਕੀ ਕਹਿੰਦੇ ਕਿ ਜਿਹੜਾ ਬੰਦੇ ਦੇ ਔਗਣ ਹੁੰਦੇ ਨੇ, ਔਗਣਾਂ ਦੇ ਨਾਲ ਨਫ਼ਰਤ ਕਰਨੀ ਚਾਹੀਦੀ, ਬੰਦੇ ਨਾਲ ਨਹੀਂ ਕਰਨੀ ਚਾਹੀਦੀ। ਅਤੇ ਕੀ ਪਤਾ ਕਿ ਗੁਰੂ ਕਿਰਪਾ ਕਰ ਦੇਵੇ ਅਤੇ ਇਸ ਘਟਨਾ ਤੋਂ ਬਾਅਦ ਇਹਦੇ ਅੰਦਰੋਂ ਉਹ ਔਗਣ ਵੈਸੇ ਹੀ ਖਤਮ ਹੋ ਜਾਣ, ਇਹਨੂੰ ਸੋਝੀ ਆ ਜਾਏ ਕਿ ਮੈਂ ਕਿਹੜੇ ਰਾਹ ਚੱਲਿਆ ਹੋਇਆ ਸੀ, ਮੈਂ ਦੁਨੀਆ ਨੂੰ ਕਿੰਨੇ ਦੁੱਖ ਦਿੱਤੇ, ਅਤੇ ਅੱਜ ਮੈਨੂੰ ਦੁੱਖ ਦਾ ਅਹਿਸਾਸ ਹੋਇਆ ਕਿ ਦੁੱਖ ਕਿੰਨਾ ਦਰਦਨਾਕ ਹੁੰਦਾ। ਹੋ ਸਕਦਾ ਇਹਦਾ ਮਨ ਹੀ ਬਦਲ ਜਾਏ। ਸੋ ਇੱਦਾਂ ਦੇ ਵਿਚਾਰ ਵਟਾਂਦਰੇ ਹਕੀਮ ਅਬੁਲ ਤੁਰਾਬ, ਜੋ ਕਿ ਔਰੰਗਜ਼ੇਬ ਵੱਲੋਂ ਅਨੰਦਪੁਰ ਸਾਹਿਬ ਦੇ ਵਿੱਚ ਜਸੂਸੀ ਵਾਸਤੇ ਭੇਜੇ ਗਏ ਨੇ, ਕਿ ਉੱਥੋਂ ਦੀ ਰਿਪੋਰਟ ਮੈਨੂੰ ਸਹੀ ਭੇਜ, ਕਿਉਂਕਿ ਆਲੇ ਦੁਆਲੇ ਦੇ ਜਿਹੜੇ ਰਾਜੇ ਉਹ ਕਹਿ ਰਹੇ ਨੇ ਕਿ ਇੱਥੇ ਬੜਾ ਵੱਡਾ ਇੱਕ ਵਿਦਰੋਹ ਜਿਹੜਾ ਵਾ ਹਕੂਮਤ ਦੇ ਖਿਲਾਫ ਚੱਲਦਾ ਪਿਆ, ਅਤੇ ਉਹਦੀ ਮੈਨੂੰ ਸਹੀ ਰਿਪੋਰਟ ਭੇਜ। ਹੁਣ ਇੱਥੇ ਆ ਕੇ ਹੁਣ ਉਹ ਬਿਮਾਰ ਹੋਣ ਤੋਂ ਬਾਅਦ ਉਹ ਬੜਾ ਸ਼ਸ਼ਪੰਜ 'ਚ ਪੈ ਚੁੱਕਾ ਹੈ ਕਿ ਹੁਣ ਮੈਂ ਕਰਾਂ ਤੇ ਕਰਾਂ ਕੀ। ਇਹ ਘਟਨਾ ਨੂੰ ਦੇਖ ਕੇ ਉਹਦਾ ਮਨ ਹਲੂਣਿਆ ਜਾਂਦਾ ਹੈ, ਕਿਉਂਕਿ ਬੰਦੇ ਨੂੰ ਖੁਦ ਨੂੰ ਤਾਂ ਪਤਾ ਹੀ ਹੁੰਦਾ ਕਿ ਮੈਂ ਕਿੱਥੇ ਸੀ ਅਤੇ ਕੀ ਕੀਤਾ, ਅਤੇ ਹੁਣ ਮੇਰੇ ਪੱਲੇ ਕੀ ਹੈ। ਉਹਨੂੰ ਆਪਣੀ ਜ਼ਿੰਦਗੀ ਦੀਆਂ ਗਲਤੀਆਂ ਦਾ ਅਹਿਸਾਸ ਹੁੰਦਾ ਜਦ ਐਸੀ ਘਟਨਾ ਹੁੰਦੀ ਹੈ। ਇਸ ਦੌਰਾਨ ਹੀ ਜਦੋਂ ਸਿੰਘ ਤੋਂ ਸਾਰੀ ਵਾਰਤਾ ਸੁਣਦਾ, ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਦੇ ਬਾਰੇ ਸੁਣਦਾ, ਅਤੇ ਫਿਰ ਉਹ
ਹਕੀਮ ਕਹਿੰਦਾ ਕਿ ਗੱਲ ਤਾਂ ਤੁਹਾਡੀ ਠੀਕ ਹੈ ਸਿੰਘ ਜੀ, ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਕਿ ਤੁਸੀਂ ਜਿਹੜੇ ਇੱਥੇ ਆਏ ਬੈਠੇ ਹੋ ਅਨੰਦਪੁਰ ਸਾਹਿਬ, ਆਪਣੇ ਘਰ-ਬਾਰ ਛੱਡੇ ਨੇ, ਇੱਥੇ ਤਾਂ ਬੜਾ ਦੁੱਖਾਂ ਦਾ ਸਮਾਂ ਹੈ, ਜੰਗਾਂ ਲੱਗੀਆਂ ਨੇ, ਪਤਾ ਨਹੀਂ ਕਿਹੜੇ ਵੇਲੇ ਕਿੰਨੇ ਮਰ ਜਾਣਾ, ਕੀ ਹੋ ਜਾਣਾ, ਤੇ ਐਵੇਂ ਤੁਸੀਂ ਅਜਾਈ ਮੌਤ ਸਹੇੜਨ ਲਈ ਕਾਹਦੇ ਲਈ ਇੱਥੇ ਆਏ ਬੈਠੇ ਹੋ? ਇਹ ਗੱਲ ਸਿੰਘ ਨੂੰ ਬੜੀ ਚੁੱਭਦੀ ਜੀ ਆ ਨਾ। ਇਹ ਇੱਦਾਂ ਦੀ ਗੱਲ ਇਹਨੇ ਬੜੀ ਰੁੱਖੀ ਜੀ ਗੱਲ ਕੀਤੀ ਵੀ ਇੱਥੇ ਤਾਂ ਆਨੰਦ ਵਰਸਦਾ ਪਿਆ ਆਨੰਦਪੁਰੀ ਦੇ ਵਿੱਚ, ਇਹਨੇ ਇੱਦਾਂ ਦੀ ਬੜੀ ਖੁਸ਼ਕ ਜੀ ਗੱਲ ਕੀਤੀ ਹੈ। ਪਹਿਲਾਂ ਤਾਂ ਉਹਦੇ ਚਿਹਰੇ ਵੱਲ ਤੱਕਦੇ ਆ, ਫਿਰ ਥੋੜ੍ਹਾ ਜਿਹਾ ਸਿੰਘ ਮੁਸਕਰਾਉਂਦਾ ਹੈ, ਕਹਿੰਦਾ ਇਹ ਤੁਹਾਨੂੰ ਲੱਗਦਾ ਹੋਏਗਾ, ਤੁਹਾਨੂੰ ਸ਼ਾਇਦ ਲੱਗਦਾ ਹੋਏਗਾ ਕਿ ਅਸੀਂ ਇੱਥੇ ਦੁੱਖਾਂ ਦੇ ਵਿੱਚ ਹਾਂ, ਪਰ ਸਾਨੂੰ ਦੁੱਖ ਨਹੀਂ, ਅਸੀਂ ਤਾਂ ਆਨੰਦ 'ਚ ਹਾਂ। ਗੁਰੂ ਕਲਗੀਧਰ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਆ, ਉਹਨਾਂ ਦੀ ਹਜ਼ੂਰੀ ਸੇਵਾ ਕਰਨ ਦਾ ਸਾਨੂੰ ਮੌਕਾ ਪ੍ਰਾਪਤ ਹੈ, ਸਤਿਗੁਰੂ ਦੀ ਸੇਵਾ ਦੇ ਵਿੱਚ ਲੱਗੇ ਹੋਏ ਹਾਂ, ਆਨੰਦ ਹੀ ਆਨੰਦ ਹੈ। ਤੇ ਜਿਸ ਚੀਜ਼ ਨੂੰ ਤੁਸੀਂ ਅਜਾਈ ਮੌਤ ਸਮਝਦੇ ਹੋ, ਤੇ ਸਾਡੇ ਲਈ ਚਾਅ ਦਾ ਵਿਸ਼ਾ ਹੈ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ। ਭਾਈ ਸਾਹਿਬ, ਜਿਸ ਗੱਲ ਨੂੰ ਤੁਸੀਂ ਕਹਿ ਰਹੇ ਹੋ ਨਾ ਕਿ ਅਜਾਈ ਮੌਤ, ਸਾਡੇ ਲਈ ਤਾਂ ਆਨੰਦ ਦਾ ਸਬੱਬ ਹੈ। ਜਿਸ ਗੁਰੂ ਦੀ ਸੇਵਾ ਦੇ ਵਿੱਚ ਅਸੀਂ ਇੱਥੇ ਵਿਚਰ ਰਹੇ ਹਾਂ, ਗੁਰੂ ਕਲਗੀਧਰ ਪਾਤਸ਼ਾਹ ਦੀ ਸੇਵਾ, ਉਹਨਾਂ ਨੇ ਕਿਰਪਾ ਕੀਤੀ ਹੈ, ਤਰਸ ਕੀਤਾ, ਸਾਨੂੰ ਆਪਣੇ ਲੜ ਲਾ ਲਿਆ। ਸੋ ਆਓ ਇੱਕ ਵਾਰੀ ਫਿਰ ਉਹਨਾਂ ਬੋਲਾਂ ਦੇ ਨਾਲ ਫਿਰ ਜੁੜੀਏ, ਆਪਣੀ ਸੁਰਤੀ ਬਿਰਤੀ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਨਾਲ, ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਦੇ ਨਾਲ ਜੋੜਦੇ ਹਾਂ। ਪਿਓ ਮਿਲ ਜਾਏ ਕਲਗੀਧਰ ਵਰਗਾ, ਪਿਓ ਮਿਲ ਜਾਏ ਕਲਗੀਧਰ ਵਰਗਾ, ਮਾਤਾ ਸਾਹਿਬ ਕੌਰ ਜਹੀ ਮਾਂ ਮਿਲ ਜੇ, ਮਾਤਾ ਸਾਹਿਬ ਕੌਰ ਜਹੀ ਮਾਂ ਮਿਲ ਜੇ, ਉਹਨੇ ਹੋਰ ਕੀ ਲੈਣਾ ਦੁਨੀਆ ਤੋਂ, ਉਹਨੇ ਹੋਰ ਕੀ ਲੈਣਾ ਦੁਨੀਆ ਤੋਂ, ਜਿਹਨੂੰ ਆਨੰਦਪੁਰ ਵਰਗੀ ਥਾਂ ਮਿਲ ਜੇ, ਜਿਹਨੂੰ ਆਨੰਦਪੁਰ ਵਰਗੀ ਥਾਂ ਮਿਲ ਜੇ, ਪਿਓ ਮਿਲ ਜਾਏ ਕਲਗੀਧਰ ਵਰਗਾ। ਸੋ ਸਿੰਘ ਇਹ ਸਵਾਲ ਸੁਣ ਕੇ ਥੋੜਾ ਜਜ਼ਬਾਤੀ ਹੋ ਜਾਂਦਾ ਹੈ, ਤੇ ਗੁਰੂ ਦੇ ਪਿਆਰ ਦੇ ਵਿੱਚ ਫਿਰ ਜਵਾਬ ਦੇ ਰਿਹਾ ਕਿ ਅਸੀਂ ਤਾਂ ਉਸ ਮੌਤ ਨੂੰ ਉਡੀਕਦੇ ਹਾਂ ਜਿਹੜੇ ਗੁਰੂ ਦੇ ਲੇਖੇ ਆ ਜਾਏ। ਉਹ ਸਿੰਘ ਦੱਸਦਾ ਹੈ, ਕਹਿੰਦਾ ਕਿ ਗੁਰੂ ਦੀ ਬਾਣੀ ਦੇ ਨਾਲ ਜੁੜ ਕੇ ਸਾਨੂੰ ਇਹ ਅਹਿਸਾਸ ਹੋ ਚੁੱਕਾ ਹੈ ਕਿ ਮੌਤ ਇੱਕ ਅਟੱਲ ਸੱਚਾਈ ਹੈ ਤੇ ਇਹ ਸਰੀਰ ਨਾਸ਼ਵੰਤ ਹੈ। ਤੇ ਕਹਿੰਦੇ ਜਦੋਂ ਇਹ ਨਾਸ਼ ਹੋ ਹੀ ਜਾਣਾ ਤੇ ਫਿਰ ਕਿਉਂ ਨਾ ਇਸ ਨੂੰ ਸਫਲਾ ਕਰ ਲਿਆ ਜਾਏ, ਕਿਉਂ ਨਾ ਇਸ ਨੂੰ ਸਫਲਾ ਕਰ ਲਿਆ ਜਾਏ। ਹਕੀਮ ਸਾਹਿਬ, ਅਸੀਂ ਇੱਥੇ ਕਿਸੇ ਅਜਾਈ ਮੌਤ ਵਾਸਤੇ ਨਹੀਂ ਬੈਠੇ, ਅਸੀਂ ਤਾਂ ਆਪਣੇ ਗੁਰੂ ਦੀ ਗੋਦ ਦੇ ਵਿੱਚ ਬੈਠੇ ਹਾਂ, ਤੇ ਸਾਨੂੰ ਪਤਾ ਹੈ ਕਿ ਇਹ ਦੀਨ ਦੁਨੀ ਦਾ ਪਾਤਸ਼ਾਹ ਹੈ। ਸਾਨੂੰ ਭਰੋਸਾ ਹੈ ਕਿ ਜਿਸ ਗੁਰੂ ਦੀ ਗੋਦ ਵਿੱਚ ਇੱਥੇ ਬੈਠੇ ਹਾਂ, ਅੱਗੇ ਵੀ ਇਸੇ ਗੁਰੂ ਦੇ ਕੋਲ ਹੀ ਜਾਣਾ ਹੈ, ਇਸੇ ਗੁਰਪੁਰੀ ਦੇ ਵਿੱਚ ਹੀ ਜਾ ਕੇ ਸੁਧਾਰਨਾ ਹੈ ਅਸੀਂ। ਸੋ ਤੁਸੀਂ ਇਹ ਫਿਕਰ ਨਾ ਕਰੋ ਸਾਡੀ ਕਿ ਅਸੀਂ ਅਜਾਈ ਮੌਤ ਨੂੰ ਉਡੀਕਦੇ ਹਾਂ।
सानू तां चाह चढ़दा है कि उन्हां शहीदां दी कतार दे विच किते साडा नाम ही आ जाए। असीं देख चुके हैं इत्थे गुरु कलगीधर पातशाह दीयां खेडां। भंगाणी दे युद्ध विच किवें उन्हां ने आम छोटे छोटे किरतियां कोलों युद्ध करवा लिया। किसे एक उदासी दा कुतका किसे बड़े जरनैल दा सिर किवें पाड़दा, वो सारा कुछ असीं देख चुके हैं। एक हलवाई दा खुरपा जंग दे मैदान च शस्त्र किवें बनदा है, वो सारा कुछ असीं देख चुके हैं। गुरु साहिब जी दे भूआ दे पुत्रां दे जौहर असीं देख चुके हैं। गुरु साहिब जी दे पिता दी कुर्बानी असीं तक चुके हैं। गुरु साहिब दे परदादा गुरु अर्जन देव सच्चे पातशाह, उन्हां दी कुर्बानी असीं तक चुके हैं। असीं तां उस राह दे पांधी हां भाई, असीं उस राह दे पांधी हां। ये तां गुरु दी अपनी कला है, ये तां गुरु दी अपनी खेड है। नहीं ते किहदी हिम्मत है इस तरलोकी दे विच कि गुरु गोबिंद सिंह साहब दे सामने आन के खड़ा हो सके। ये तां देखण आयो जगत तमाशा वाली खेड आ। मैं हूं परम पुरख को दासा, देखण आयो जगत तमाशा। ये तां आप ही आए ने, अपने मालिक दा हुक्म मन के आए हुए ने। इत्थे कला जिहड़ी उन्हां ने वरताई है असीं वो भी देख चुके हाँ। तुसीं कहंदे हो अजाई मौत मरना, असीं तां उस तलवार दी भेटा चढ़ना चाहुंदे हां। सतगुर मेरा मार्ज वाला है। साडे मन च तां चाह आ कि ते गुरु कलगीधर पातशाह असीं तेरे उन्हां पंजां प्यारिਆਂ च तां नहीं आ सके, पर जे किते खेर तू किते तेग चलाए ते साडे सीस दी भेटा प्रवान कर लई। असीं उस उडीक दे विच हां। ऐसे दिल नूं टुंबण वाले बचन, वो सिंह तां अपने आनंद च हो गया। वो तो गुरु प्यार दे बचन सुनाई जा रहा है। इधर हकीम अबुल तराब उन्होंने अपनी जिंदगी सामने दिखनी शुरू हो गई। अपने आप नूं हुण अंदरों लानतां पैण लग पईआं। उन्होंने चेते है कि किवें मैं अपने खानदान दे नाल धरो कमाया सी। क्योंकि जिवें आपां आरंभ दे विच आप जी दे नाल सांझ कीती सी ना कि औरंगजेब ने उधर दखण दे 5 जिहड़े राजे सी जिहड़े विरोध करदे, उन्हां दे विचों उन्हां दे परिवारां दे विचों जिहड़े सीगे बंदे कुछ अपने नाल गंढ लए, जिन्हां तो भेत लैके ते फिर उन्हां नूं खत्म कीता। उन्हां दे विचों एक ये सी हकीम अबुल तराब। इनू अपने वो कुकर्म याद आउण लगे कि मैं अपने परिवार दे नाल घात कीता, मैं अपनी कुल दे नाल घात कीता, मैं अपनी कौम दे नाल घात कीता। काहदे वास्ते? वो राजसी ठाठ बाठ लई, उन्हां महल माड़ियां नहीं उन्हां बागां लई। ते जिहड़े जिन्हां रिश्तेदारां दे वास्ते जिहड़े मेरे खासम खास सी, जिहड़ा मेरा भतीजा भी मेरे नाल आया होया सी, मैनू बीमार पैंदियां वेख के वो भी भज गया। ये सब कुछ मैं काहदे वास्ते करदा रहा? अपने अंदर ही अंदर हुण उहदे लाणतां पैणियां शुरू हो गईयां। वो देख, वो भैड़िया देख, इधर आ सिंह वेख, वो वेख अपनी जान वार वार के भी गुरु तो कुर्बान हो रहे ने। डाकुआं दी सेवा करके उन्हां नूं राजी करदे पए ने। गुरु कलगीधर पातशाह आप खुद उस जल रुड़दे जांदे उस दुश्मन दे अहलकार नूं बचाउंदे ने। वो ये तां निर्वैर बैठा है,
ਇਹ ਤਾਂ ਨਿਰਭਉ ਹੈ, ਨਿਰਵੈਰ ਹੈ। ਇਹ ਤਾਂ ਉਹ ਰੱਬ ਦੀ ਮੂਰਤ ਆਪ ਹੀ ਇੱਥੇ ਵਿਚਰਦੀ ਪਈ ਆ। ਤੂੰ ਕਿਹੜੇ ਪਾਸੇ ਪੈ ਗਿਆ? ਤੂੰ ਇਹਦੀ ਜਸੂਸੀ ਕਰਨ ਆ ਗਿਆ। ਪਹਿਲਾਂ ਤੇਰੇ ਪਾਪ ਥੋੜੇ ਸੀ ਕੋਈ? ਸੁਣੋ, ਹਕੀਮ ਅਬੁਲ ਤੁਰਾਬ ਉਹ ਆਪਣੇ ਆਪ ਨੂੰ ਆਪਣੇ ਅੰਦਰ ਅੰਦਰ ਹੀ ਲਾਹਨਤਾਂ ਪਾਉਣ ਲੱਗ ਪਿਆ। ਉਹ ਤੇਰੇ ਵਰਗਾ ਨੀਚ ਹੋਰ ਕੌਣ ਹੋਏਗਾ? ਤੂੰ ਤਾਂ ਆਪਣਿਆਂ ਦੇ ਨਾਲ ਦਗਾ ਕਮਾਇਆ। ਫਿਰ ਪਤਾ ਨਹੀਂ ਕਿਹੜੇ ਕਿਹੜੇ ਉਹ ਚੰਗੇ ਲੋਕ ਸੀ ਜਿਹੜੇ ਤੇਰੇ ਕਰਕੇ, ਜਿਨ੍ਹਾਂ ਦੇ ਕਤਲ ਹੋ ਗਏ, ਜਿਨ੍ਹਾਂ ਨੂੰ ਅਜਾਈ ਮੌਤਾਂ ਮਿਲੀਆਂ ਤੇਰੇ ਕਰਕੇ। ਤੂੰ ਸਾਰੇ ਮੁਲਕ ਦੇ ਵਿੱਚ ਕੰਡੇ ਹੀ ਖਿਲਾਰੇ। ਤੂੰ ਐਸਾ ਨਿਕੰਮਾ, ਐਸਾ ਕੰਡਿਆਲਾ ਰਿਕਸ਼ਾ ਕਿ ਦੱਖਣ ਤੋਂ ਲੈ ਕੇ ਤੇ ਹੁਣ ਦੇਖ ਤੂੰ ਇੱਥੇ, ਹੁਣ ਆਨੰਦਪੁਰ ਤੱਕ ਆ ਕੇ ਵੀ ਤੇਰੀ ਉਹ ਬਿਰਤੀ ਨਹੀਂ ਖਤਮ ਹੋ ਰਹੀ। ਇੱਥੇ ਵੀ ਤੂੰ ਕੰਡੇ ਖਿਲਾਰਨ ਆ ਗਿਆ। ਇੱਥੇ ਆ ਕੇ ਤਾਂ ਹੁਣ ਬੰਦਾ ਬਣ ਜਾ। ਇਹ ਸਾਰੀ ਵਾਵਰੋਲਾ ਉਹਦੇ ਅੰਦਰ ਚੱਲਦਾ ਪਿਆ। ਬੜੇ ਜ਼ੋਰ ਦੀ ਵਾਵਰੋਲਾ ਉਹਦੇ ਅੰਦਰ ਚੱਲਦਾ ਪਿਆ ਕਿ ਉਹਨੂੰ ਮਹਿਸੂਸ ਹੋ ਰਿਹਾ ਕਿ ਮੇਰੇ ਪਾਪਾਂ ਦਾ ਘੜਾ ਤਾਂ ਬਹੁਤ ਵੱਡਾ ਹੈ। ਦੇਖ, ਇਹ ਵੀ ਤਾਂ ਉਹ ਰੱਬ ਦੇ ਬੰਦੇ ਹੀ ਆ। ਮੈਨੂੰ ਵੀ ਤਾਂ ਕਿਸੇ ਰੱਬ ਨੇ ਪੈਦਾ ਕੀਤਾ ਹੈ। ਵੇਖ, ਇਹ ਰੱਬ ਦੇ ਬੰਦੇ ਇਹ ਹੁੰਦੇ ਨੇ ਜਿਹੜੇ ਦੁਸ਼ਮਣਾਂ ਦੀ ਸੇਵਾ ਵਿੱਚ ਲੱਗੇ ਨੇ, ਜਿਹੜੇ ਡਾਕੂਆਂ ਨੂੰ ਵੀ ਰਾਜੀ ਕਰਦੇ ਪਏ ਨੇ। ਚੱਲ, ਹੋ ਸਕਦਾ ਕਿਤੇ ਸਿੱਧੇ ਰਾਹ ਆ ਜਾਣ। ਜੇ ਸਿੱਧੇ ਰਾਹ ਨਾ ਆਉਣਗੇ ਤੇ ਫਿਰ ਤੇਗ ਦੀ ਧਾਰ ਤੇ ਪਰਖ ਲਵਾਂਗੇ। ਸੋ ਉਹਨੇ ਪਹਿਲੀ ਵਾਰੀ ਇਹ ਸਾਰਾ ਕੁਝ ਤੱਕਿਆ ਸੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਕੇ। ਪਹਿਲਾਂ ਤਾਂ ਦਿੱਲੀ ਦਰਬਾਰ ਦੇ ਵਿੱਚ ਦਗਾ, ਫਰੇਬ, ਕੁੱਲ ਘਾਤ, ਪਤਾ ਨਹੀਂ ਕੀ ਕੁਝ। ਔਰੰਗਜ਼ੇਬ ਵਰਗਾ ਆਪਣੇ ਪਿਤਾ ਨੂੰ ਜੇਲ੍ਹ ਦੇ ਵਿੱਚ ਸੁੱਟ ਕੇ, ਆਪਣੇ ਭਰਾਵਾਂ ਦਾ ਕਤਲ ਕਰਕੇ ਤੇ ਤਖਤ ਤੇ ਬੈਠਾ ਸੀ ਤੇ ਫਿਰ ਆਪਣੇ ਆਪ ਨੂੰ ਔਰੰਗਜ਼ੇਬ ਖਵਾਉਣ ਲੱਗ ਪਿਆ ਤਖਤ ਦੀ ਸ਼ੋਭਾ। ਸੋ ਇਹ ਸਾਰਾ ਕੁਝ ਉਹਨੇ ਪਹਿਲਾਂ ਤੱਕੇ ਹੋਇਆ ਸੀ। ਇੱਥੇ ਅਨੰਦਪੁਰ ਸਾਹਿਬ ਦੇ ਵਿੱਚ ਆ ਕਰਕੇ ਹੁਣ ਉਹਦਾ ਮਨ ਬਦਲਦਾ ਗਿਆ। ਉਹਨੂੰ ਮਹਿਸੂਸ ਹੋ ਰਿਹਾ ਕਿ ਲਾਹਨਤ ਹੈ ਮੇਰੇ ਵਰਗੇ ਬੰਦੇ ਦੇ ਜੀਣ ਤੇ, ਲਾਹਨਤ ਹੈ ਮੇਰੇ ਜੀਣ ਦੇ ਉੱਤੇ। ਕਾਹਦੇ ਲਈ ਮੈਂ ਇਸ ਧਰਤੀ ਤੇ ਆਇਆ? ਮੈਂ ਤਾਂ ਧਰਤੀ ਤੇ ਬੋਝ ਆ। ਐਸੀ ਇੱਕ ਵੇਗ ਉਹਦੇ ਅੰਦਰ ਚੱਲ ਪਿਆ। ਇਸ ਵੇਗ ਦੇ ਵਿੱਚ ਉਹ ਆਪਣੇ ਆਪ ਨੂੰ ਲਾਹਨਤਾਂ ਪਾ ਰਿਹਾ ਕਿ ਮੈਂ ਐਡੇ ਪਵਿੱਤਰ ਥਾਂ ਤੇ ਆ ਕੇ ਵੀ, ਇੱਥੇ ਆ ਕੇ ਵੀ ਆਪਣੇ ਕੰਡੇ ਵਿਖੇਰ ਰਹੇ ਹਾਂ, ਇੱਥੇ ਆ ਕੇ ਵੀ ਜਸੂਸੀ ਕਰ ਰਹੇ ਹਾਂ। ਸੋ ਐਸੀ ਮਨੋਭਾਵਨਾ ਦੇ ਵਿੱਚ ਅੱਗੋਂ ਹੁਣ ਕੀ ਸੋਚਦਾ, ਕੀ ਕਰਦਾ ਹੈ, ਇਹ ਆਪਾਂ ਅੱਗੇ ਵਿਚਾਰ ਸਰਵਣ ਕਰਾਂਗੇ। ਛੋਟਾ ਜਿਹਾ ਇੱਥੇ ਵਿਸ਼ਰਾਮ ਲੈ ਕੇ ਅਸੀਂ ਬਹੁਤ ਜਲਦੀ ਹਾਜ਼ਰ ਹੋ ਰਹੇ। ਸੋ ਸੰਗਤ ਜੀ, ਆਪਾਂ ਅਨੰਦਪੁਰ ਸਾਹਿਬ ਦੇ ਉਸ ਪਵਿੱਤਰ ਇਤਿਹਾਸ ਦੇ ਨਾਲ ਜੁੜੇ ਹੋਏ ਹਾਂ। ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਕਿਵੇਂ ਗੁਰੂ ਸਾਹਿਬ ਆਪਣੀ ਕਲਾ ਵਰਤਾ ਕੇ ਭੁੱਲਿਆਂ ਭਟਕਿਆਂ ਨੂੰ ਉੱਥੇ ਕਿਸੇ ਨਾ ਕਿਸੇ ਆਨੇ ਬਹਾਨੇ ਬੁਲਾਉਂਦੇ ਤੇ ਕਿਵੇਂ ਉਹਨਾਂ ਦਾ ਜੀਵਨ ਬਦਲਦਾ, ਕਿਵੇਂ ਉਹ ਗੁਰੂ ਤੋਂ ਆਪਾ ਵਾਰਨ ਨੂੰ ਤਿਆਰ ਹੋ ਜਾਂਦੇ ਨੇ। ਇਹ ਸਾਰੀਆਂ ਖੇਡਾਂ ਇਸ ਇਤਿਹਾਸ ਦੇ ਵਿੱਚੋਂ ਸਾਨੂੰ ਪ੍ਰਾਪਤ ਹੋ ਰਹੀਆਂ। ਸੋ ਦੁਨੀਆ ਦੇ ਵਿੱਚ ਇਹ ਜੋ ਸਮਾਂ ਬੜਾ ਇੱਕ ਔਖਾ ਸਮਾਂ ਚੱਲਦਾ ਪਿਆ, ਤੇ ਇਸ ਦੇ ਦੌਰਾਨ ਭੱਜੋ ਸਭੇ ਆਸਰਾ ਚੁੱਕੇ ਸਭ ਸਰਾਓ, ਚੇਤਾਵੇ ਉਸ ਪਾਰ ਬ੍ਰਹਮ ਤਾਂ ਲੱਗੇ ਨਾ ਤਤੀ ਵਾਓ। ਸੋ ਉਸ ਪਾਰ ਬ੍ਰਹਮ ਦੇ ਸਿਮਰਨ ਦੇ ਵਿੱਚ ਅਸੀਂ ਜੁੜੇ ਹੋਏ ਹਾਂ। ਉਹਨੂੰ ਆਪਣੇ ਚਿੱਤ ਵਿੱਚ ਲਿਆਉਣ ਦੇ ਵਾਸਤੇ ਸਾਡੇ ਉਪਰਾਲੇ ਨੇ। ਤੇ ਇਹਨਾਂ ਦਿਨਾਂ ਦੇ ਵਿੱਚ ਕਾਫੀ ਸਾਰੀਆਂ ਸੰਗਤਾਂ ਗੁਰੂ ਚਰਨਾਂ ਦੇ ਨਾਲ ਹੋਰ ਵਧੇਰਾ ਸਮਾਂ ਦੇ ਕੇ ਜੁੜ ਰਹੀਆਂ ਨੇ। ਮੁਬਾਰਕ ਹੈ ਸਾਰਿਆਂ ਨੂੰ ਕਿ ਆਪ ਜੀ ਨੂੰ ਸਤਿਗੁਰੂ ਨੇ ਬੰਦਗੀ ਦਾ ਸਮਾਂ ਬਖਸ਼ਿਆ, ਨਾਮ ਜਪਣ ਦਾ, ਬਾਣੀ ਪੜ੍ਹਨ ਦਾ ਸਮਾਂ ਬਖਸ਼ਿਆ। ਪਰ ਇਹਦੇ ਨਾਲ ਹੀ ਨਾਲ ਇੱਕ ਛੋਟਾ ਜਿਹਾ ਸੁਝਾਅ ਉਹਨਾਂ ਗੁਰੂ ਪਿਆਰਿਆਂ ਵਾਸਤੇ ਕਿ ਜਿੱਥੇ ਆਪਾਂ ਸਮਾਂ ਵਧਾ ਰਹੇ ਹਾਂ ਬੰਦਗੀ ਦਾ, ਮੁਬਾਰਕ ਹੈ, ਪਰ ਇਹਦੇ ਨਾਲ ਹੀ ਨਾਲ ਜੋ ਸਿਰ ਦੇ ਵਿੱਚ ਤਾਲੂ ਹੈ ਨਾ, ਉੱਥੇ ਘਿਓ ਦੀ, ਮੱਖਣ ਦੀ ਜਾਂ ਜੋ
ਸਿਰ ਨੂੰ ਲਾਉਣ ਵਾਲੇ ਤੇਲ ਇਹਦੀ ਝਾਸ ਬੜੀ ਜ਼ਰੂਰੀ ਹੁੰਦੀ ਹੈ। ਸਿਰ ਨੂੰ ਖੁਸ਼ਕੀ ਨਾ ਹੋ ਜਾਏ, ਨਹੀਂ ਤਾਂ ਇਹਦੇ ਨਾਲ ਵੀ ਕਈ ਵਾਰੀ ਮੁਸ਼ਕਲ ਆਉਂਦੀ ਹੈ ਫਿਰ ਬੰਦਗੀ ਦੇ ਵਿੱਚ ਚੱਲਦਿਆਂ। ਸੋ ਆਪਣਾ ਤਾਲੂ ਖੁਸ਼ਕ ਨਹੀਂ ਹੋਣ ਦੇਣਾ, ਕਿਉਂਕਿ ਆਪਾਂ ਨੂੰ ਇੰਨਾ ਸਮਾਂ ਦੇਣ ਦਾ ਪਹਿਲਾਂ ਅਭਿਆਸ ਨਹੀਂ ਸੀਗਾ, ਇੰਨਾ ਸਮਾਂ ਆਪਾਂ ਨਹੀਂ ਸੀ ਦੇ ਪਾ ਰਹੇ। ਪਰ ਹੁਣ ਜੇ ਸਮਾਂ ਵਧਿਆ ਤੇ ਕੁਦਰਤੀ ਆ ਕਿ ਸਾਡੀ ਸੁਰਤ ਦਾ ਜਾਂ ਉਹ ਅਭਿਆਸ ਦੇ ਵਿੱਚ ਸਾਡਾ ਉਹਦੇ ਵਿੱਚ ਵਾਸਤੇ ਵੀ ਜਿਹੜੀ ਸ਼ਕਤੀ ਤਾਕਤ ਲੱਗਦੀ ਹੈ। ਸੋ ਉਹਦੇ ਵਾਸਤੇ ਸਾਡੇ ਤਾਲੂ ਦੇ ਵਿੱਚ ਤਰਾਟ ਬਹੁਤ ਜ਼ਰੂਰੀ ਹੈ। ਸੋ ਚਾਹੇ ਬੀਬੀਆਂ ਨੇ, ਸਿੰਘ ਨੇ, ਤਾਲੂ ਦੇ ਵਿੱਚ ਜ਼ਰੂਰ ਤੇਲ, ਘਿਓ, ਮੱਖਣ, ਜਿੱਥੇ ਗਰਮੀ ਉੱਥੇ ਤਾਂ ਵਾਸਤੇ ਤਾਂ ਮੱਖਣ ਸਭ ਤੋਂ ਬਿਹਤਰ ਹੈ। ਇਤਿਹਾਸ ਮਹਾਂਪੁਰਖਾਂ ਦੇ ਪੜ੍ਹੀਏ ਤੇ ਪਤਾ ਲੱਗਦਾ ਕਿ ਉਹ ਮੱਖਣ ਦਾ ਪੇੜਾ ਰੱਖ ਕੇ ਤੇ ਫਿਰ ਸਮਾਧੀ 'ਚ ਬੈਠਦੇ ਸੀ, ਤੇ ਜਦੋਂ ਤੱਕ ਉੱਠਣਾ ਉਹ ਪੇੜਾ ਜਿਹੜਾ ਉਹ ਜੀਰ ਚੁੱਕਾ ਹੁੰਦਾ ਸੀ। ਸੋ ਐਸੇ ਮਹਾਂਪੁਰਖ ਇਸ ਧਰਤੀ 'ਤੇ ਹੋਏ ਨੇ ਜਿਨ੍ਹਾਂ ਦੀ ਬਦੌਲਤ ਅਜੇ ਇਹ ਧਰਤੀ ਜਿਹੜੀ ਆ ਸੰਭਲੀ ਹੋਈ ਹੈ। ਉਹਨਾਂ ਦੀ ਬੰਦਗੀ ਦੀ ਬਦੌਲਤ ਰੱਬ ਦੇ ਪਿਆਰੇ ਅੱਜ ਵੀ ਵਿਚਰ ਰਹੇ ਨੇ। ਸੋ ਆਪਾਂ ਫਿਰ ਤੋਂ ਜੁੜਦੇ ਹਾਂ ਉਸ ਪਵਿੱਤਰ ਇਤਿਹਾਸ ਦੇ ਨਾਲ। ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਹੈ। ਔਰੰਗਜ਼ੇਬ ਦਾ ਭੇਜਿਆ ਹੋਇਆ ਇੱਕ ਜਾਸੂਸ ਜਿਹੜਾ ਹਕੀਮ ਹੈ, ਵਿਦਵਾਨ ਹੈ, ਅਬੁਲ ਤਰਾਬ ਉਹਦਾ ਨਾਂ ਆ, ਇੱਥੇ ਆ ਕੇ ਉਹਦੇ ਨਾਲ ਬੜੀਆਂ ਜੋ ਵਿਚਿੱਤਰ ਖੇਡਾਂ ਹੋਈਆਂ ਆਪਾਂ ਹੁਣੇ ਸਰਵਣ ਕੀਤੀਆਂ। ਪਹਿਲਾਂ ਬਿਮਾਰ ਪੈ ਗਿਆ, ਜਾਨ ਬਖਸ਼ੀ ਕੀਤੀ ਰੱਬ ਨੇ, ਤੇ ਫਿਰ ਹੁਣ ਉਹਨੂੰ ਆਪਣੀ ਜ਼ਿੰਦਗੀ ਜਿਹੜੀ ਇੱਕ ਭਾਰ ਲੱਗਣ ਲੱਗ ਪਈ ਕਿ ਵੇਖ ਇੱਥੇ ਕਿੱਡੇ ਰੱਬ ਦੇ ਪਿਆਰੇ ਨੇ ਜਿਹੜੇ ਬੰਦੇ ਨੂੰ ਰੱਬ ਦਾ ਰੂਪ ਜਾਣ ਕੇ ਉਹਦੀ ਸੇਵਾ ਕਰਦੇ ਪਏ ਨੇ, ਤੇ ਤੂੰ ਨਿਕੰਮਿਆ, ਤੂੰ ਤਾਂ ਧਰਤੀ ਤੇ ਪਾ ਰਹੀ ਹੈ। ਆਪਣੇ ਆਪ ਨੂੰ ਲਾਹਨਤਾਂ ਪਾਉਣ ਲੱਗ ਪਈ, ਉਹਦੀ ਰੂਹ ਲਾਹਨਤਾਂ ਪਾਉਣ ਲੱਗ ਪਈ। ਫਿਰ ਉਹ ਸੋਚਦਾ ਕਿ ਇਹਦੇ ਨਾਲੋਂ ਤਾਂ ਮੈਂ ਜੰਮਦਾ ਹੀ ਨਾ, ਜੇ ਮੈਂ ਜੰਮ ਹੀ ਪਿਆ ਸੀ ਤੇ ਮੇਰੀ ਮਾਂ ਹੀ ਮੈਨੂੰ ਕਿਤੇ ਖਤਮ ਕਰ ਦਿੰਦੀ, ਜਾਂ ਮੇਰੀ ਦਾਈ ਜਿਹੜੀ ਸੀਗੀ ਉਹਦਾ ਹੀ ਕੋਈ ਪੁੱਠਾ ਹੱਥ ਵੱਜ ਜਾਂਦਾ, ਮੈਂ ਉੱਥੇ ਹੀ ਖਤਮ ਹੋ ਜਾਂਦਾ। ਇਹ ਮੈਂ ਇੰਨਾ ਦੁੱਖ ਦਿੱਤਾ ਦੁਨੀਆ, ਮੇਰਾ ਤਾਂ ਜ਼ਿੰਦਗੀ ਜਿਹੜੀ ਹੁਣ ਤੱਕ ਸਾਰੀ ਲੋਕਾਂ ਤੇ ਜ਼ੁਲਮ ਦੇ ਉੱਤੇ ਟਿਕੀ ਹੋਈ ਹੈ, ਤੇ ਅਜੇ ਵੀ ਮੈਂ ਕੋਈ ਕਰਮ ਕਰਨ ਲਈ ਇੱਥੇ ਆਇਆ ਬੈਠਾ। ਇਸ ਰੱਬ ਦੀ ਰਾਜਧਾਨੀ ਦੇ ਵਿੱਚ ਆ ਕੇ, ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਕੇ ਵੀ ਮੈਂ ਇੱਥੇ ਵੀ ਕੰਢੇ ਖਿਲਾਰਦਾ ਪਿਆ। ਐਸੀਆਂ ਲਾਹਨਤਾਂ ਅੰਦਰੋਂ ਅੰਦਰ ਹੀ ਉਹਦੇ ਚਲਦੀਆਂ ਪਈਆਂ ਕਿ ਉਹਨੂੰ ਫਿਰ ਚੇਤਾ ਆਉਂਦਾ, ਮੈਨੂੰ ਕਿਤੇ ਮਾਤਾ ਨਿਕਲੀ ਸੀ, ਖਸਰਾ ਹੋਇਆ ਸੀ, ਆਹ ਬਿਮਾਰੀਆਂ ਲੱਗੀਆਂ, ਆਹ ਹੋਇਆ, ਕਈ ਕੁਝ ਹੋਇਆ, ਪਰ ਮੈਂ ਬਚਦਾ ਕਿਉਂ ਗਿਆ। ਹੁਣ ਬੜਾ ਉਹਦੇ ਅੰਦਰ ਆਪਣੇ ਆਪ ਪ੍ਰਤੀ ਘਿਰਣਾ ਬਣਦੀ ਜਾ ਰਹੀ ਹੈ। ਫਿਰ ਸੋਚਦਾ, ਜੇ ਪਹਿਲਾਂ ਨਹੀਂ ਸੀ ਮੋਇਆ ਤੇ ਹੁਣ ਹੀ ਮੈਂ ਮਰ ਜਾਂਦਾ। ਜਦੋਂ ਹੁਣ ਤਾਪ ਚੜ੍ਹਿਆ ਸੀ, ਮੈਨੂੰ ਕਿਉਂ ਬਚਾ ਲਿਆ। ਮੈਂ ਤਾਂ ਧਰਤੀ ਤੇ ਬੋਝ ਆ, ਮੇਰੇ ਵਰਗੇ ਬੰਦੇ ਨੂੰ ਜੀਣ ਦਾ ਕੋਈ ਹੱਕ ਨਹੀਂ। ਆਪਣੇ ਆਪ ਪ੍ਰਤੀ ਇੰਨੀ ਘਿਰਣਾ ਵੱਧ ਗਈ ਹੈ। ਸੋਚਦਾ ਪਿਆ ਕਿ ਮੈਂ ਤਾਂ ਬੋਝ ਆ, ਇਸ ਬੋਝ ਨੂੰ ਖਤਮ ਕਰਦਾ ਵਾਂ। ਤੇ ਫਿਰ ਸੋਚਦਾ ਕਿ ਹੁਣ ਇਹਦੇ ਨਾਲੋਂ ਚੰਗਾ ਕਿ ਮੈਂ ਮਰ ਹੀ ਜਾਵਾਂ। ਸੋ ਆਪਣੀ ਆਤਮ ਹੱਤਿਆ ਕਰਨ ਦੇ ਵਾਸਤੇ ਉਹ ਕਿਰਪਾਨ ਦੇ ਉੱਤੇ ਹੱਥ ਪਾਉਂਦਾ, ਕਿਰਪਾਨ ਕੱਢਣ ਲੱਗਦਾ, ਤੇ ਕੀ ਮਹਿਸੂਸ ਹੁੰਦਾ ਕਿ ਇੱਕ ਬੜਾ ਮਿਹਰ ਵਾਲਾ, ਇੱਕ ਤਾਕਤ ਵਾਲਾ ਹੱਥ ਜਿਹੜਾ ਆਣ ਕੇ ਉਹਨੂੰ ਰੋਕ ਲੈਂਦਾ। ਉਹਨੂੰ ਆਵਾਜ਼ ਆਉਂਦੀ ਹੈ, ਐ ਕੁੱਲ ਘਾਤਕ, ਆਤਮ ਘਾਤਕ ਨਾ ਬਣ। ਐ ਕੁੱਲ ਘਾਤਕ, ਆਤਮ ਘਾਤਕ ਨਾ ਬਣ। ਰੱਬ ਦੇ ਘਰ ਵਿੱਚ ਅਜੇ ਵੀ ਤੇਰੇ ਵਾਸਤੇ ਦਇਆ ਦੇ ਦਰਵਾਜ਼ੇ ਅਜੇ ਤੇਰੇ ਵਾਸਤੇ ਖੁੱਲੇ ਨੇ। ਆਤਮ ਘਾਤੀ ਨਾ ਬਣ। ਸਮਾਂ ਬਦਲ ਜਾਏਗਾ,
उस हथ की शोह पा के ते ये बचन सुन के वो त्रबक गया, ठठंबर गया, क्योंकि ਉਹਦੀ रूह ने हुण महसूस कर लिया सी, ये तां गुरु कलगीधर दा हथ है। वो आवाज़ उन्हें पहलां सुनी हुई सी अनंतपुर साहिब दीयां वादियां दे विच। हुण ये भी धाव नहीं चल पा रहा, फिर कहंदा तुसीं अपना पवित्र हथ हटा लो मेरे तो, मैं इस दे काबल नहीं, मैं तुहाडी इस शोह दे काबल नहीं, तुसीं पिछे हो जाओ, मैनू अपने आप नूं अपने कर्मां दी सज़ा दे लैण दो मैनू, मैं तुहाडी मेहर दे दया दे काबल नहीं, मैं बहुत गुनाह कीते ने अपनी जिंदगी दे विच। जदों इंसान इस ढंग दे नाल अपने गुनाह कबूल लए ना, पश्चाताप दे विच आ जाए, एक तुर अंदरों ही अपने गुनाह कबूल के पश्चाताप दे विच, तो फिर समझ लेना चाहिए कि उहदे जीवन दे विच एक बदलाव आउण जा रहा, क्योंकि वो पश्चाताप जिहड़ा है ਉਹਦੇ पापां दी ਜਿਹੜੀ ਪੰਡ ਆ ਉਹਨੂੰ ਹੌਲੀ ਕਰਦਾ ਪਿਆ, ਉਹਨਾਂ ਪਾਪਾਂ ਨੂੰ ਉਹ ਸਾੜ ਵੀ ਸਕਦਾ ਹੈ। ਇੱਥੇ ਤਾਂ ਹੁਣ ਪ੍ਰਤੱਖ ਖੇਡ ਵਰਤ ਰਹੀ ਹੈ। ਉਹ ਦਇਆ ਦਾ ਸਾਗਰ, ਕਰੁਣਾ ਨਿਧ, ਕਰੁਣਾ ਨਿਧਾਨ, ਉਹ ਬਖਸ਼ਿੰਦ ਪਿਤਾ, ਉਹ ਕੌਡੇ ਵਰਗੇ ਰਾਖਸ਼ਾਂ ਨੂੰ ਵੀ, ਦੈਂਤਾਂ ਨੂੰ ਵੀ ਸੰਤ ਬਣਾਉਣ ਵਾਲੇ ਗੁਰੂ ਨਾਨਕ ਦਾ 10ਵਾਂ ਸਰੂਪ ਉਹ ਆਪ ਆਣ ਪਹੁੰਚਿਆ। ਮੇਰਾ ਸੋਹਣਾ ਕਲਗੀਆਂ ਵਾਲਾ ਆਪ ਆ ਗਿਆ। ਹੁਣ ਐਵੇਂ ਨਹੀਂ ਕਿਹਾ ਗਿਆ ਕਿ ਘਟ ਘਟ ਕੇ ਅੰਤਰ ਕੀ जानत, घट घट के अंतर की जानत, भले बुरे की पीर पछानत। सारियां दी वेदना दा पता है, चाहे कोई भला है चाहे बुरा है। वो बुरियां नूं भला करना उहदा एक उहदा बिरद है। सतगुर खोटियों खरे करे, खोटियां नूं खरे करना ये उहदा एक सुभाव है, धर्म है। हुण वो कह रहा कि पातशाह मैं इस काबल नहीं कि तुसीं मैनूं अपना स्पर्श दिओ, मैं इस काबल नहीं कि मैं तुहाडा इस स्पर्श लै सकां, मैं तुहाडे तो खिमा जाचना कर सकां, मैं इस काबल भी नहीं रहा। मैं तो अपनिआं नूं मरवा के सुख भोगे ने, उन्हां दे सिविआं दे उत्ते महल पा के मैं सारी जिंदगी बसर कीती है, मैं इस काबल ही नहीं। पर पातशाह उहदा हथ नहीं छड्डदे। बाहां जिन्हां दी पकड़ी है, सिर दीजा है, बाहें न छोड़ी है। ये गुरु कलगीधर पातशाह ने बांह फड़ी है, हुण ये किदां छुटेगी। भगत नामदेव जी एक बेनती करते हैं अपने शब्द दे विच, नामा कहे हों तर बे न जानो, मोको बांहदे बीठला। हे बीठल,
मैं नहीं तर सकदा, मैनू फड़ के कढ ला। मैं डुबदा जा रहा समाया दे जाल दे विच, मैनू कढ लै, मैनू कढ लै। बाहां पकड़ कढ लीने अपने, ग्रह अंध कूप ते माया। यो मालिक दा सुभाਅ आ। ते गुरु कलगीधर पातशाह तां रहमतां दा सागर है। वो तो उन्होंने कश्मीरी पंडितां दी फरियाद सुन के अपने 9 साल की उम्र दे विच अपने पिता गुरदेव नूं कह रहे ने कि जाओ इन्हां दे वास्ते कुर्बानी दो। उस बादशाह दरवेश की की सिफत करिए संगत जी, किहड़े किहड़े रूप विच उहनूं तकीए। वो तो आए ही इत्थे रहमतां बरसाउण सा। इस शमशीर दे दस्ते ते हथ जाना तो एक समय की जरूरत बन गई सी, नहीं तो वो तो दुनिया दे विच प्यार वंडण आए सी। पटना साहब की धरती नूं चेते करिए, महसूस हुंदा कि किन्ना प्यार उस धरती ते वंडिया पातशाह ने। किते राणी मैणी नूं इन्ना प्यार दिता, अपनी मां दा रुतबा दे दिता, किते गंगा माता दे नाल जाके कई कलोल कीते। किते पंडित शिवदत्त वर्गे जगियासुआं नूं, अभ्यासियां नूं, उन्हां दे इष्ट दे रूप विच दर्शन दिते ने। ये संगत जी जिहड़ी गुरु की बाणी दे विच बचन बख्शिश कीते होए ने, वो एवें नहीं कि सतयुग तै माणियो छलियो, बल बावन भायो। त्रेते तै माणियो, राम रघुवंश कहायो। द्वापर किशन मुराद कंस करतार्थ कियो। ये सारा कुछ संबोधन जिहड़ा ने गुरु नानक साहब जी नूं कीता है भट्ट साहिबान ने। सो ही गुरु नानक साहब दा 10वां स्वरूप ये खेडां वरता रहा सी, ते इत्थे आनंदपुर च भी वरता रहा है। आओ अपनी रूह नूं भी उहदी हजूरी पेश कर लईए। आओ अपने गुनाह दी हजूरी पेश कर लईए, माफ़ी लै लईए। एक कवि ने बड़ा सोहना लिखा एक गीत दे विच, वेखे ना गुनाह तू साडे, असी कीते रज रज सी। आओ अपने गुनाह उहदे अगे रख दईए, तौबा कर लईए। गुरु कलगीधर पातशाह असी माया दे जंजालां विच भटक गए सी पातशाह। असी तैनू याद ही नहीं कर सके। साडी जिंदगी दे विच तेरे वास्ते कोई बहुता समा ही नहीं बन सकिया। ते दुनिया दी घुम्मण घेरी दे विच दुनिया नूं खुश करन लई, अपने आले दुआले नूं खुश करन लई असी पातशाह समय समय ते तेरे नाल दगे भी कीते। असी दातां तां तेरे तो मंगदे सी, पर खुशियां किते होर जाके मनाउंदे रहे हां। सानू माफ़ करी पातशाह। तेरियां भेजियां होईयां रूहां नूं असी चंगी परवरिश भी नहीं दे सके। मंगदे तां तेरे दर तो सी, पर मौजां असी क्लबां च जाके मनाईयां। उन्हां नूं तेरे वाला कल्चर नहीं दे सके असी पातशाह।
ਅਸੀਂ ਉਹ ਕਲਚਰ ਉਹਨਾਂ ਤੱਕ ਨਹੀਂ ਪਹੁੰਚਾ ਸਕੇ, ਸਾਨੂੰ ਖਿਮਾ ਕਰਦੇ। ਆਓ ਅੱਜ ਆਪਣੇ ਆਪਣੇ ਮਨ ਦੀ ਵੇਦਨਾ, ਹਮਰੀ ਵੇਦਨ ਹਰ ਪ੍ਰਭ ਜਾਣੇ, ਮੇਰੇ ਮਨ ਅੰਤਰ ਕੀ ਪੀਰ। ਆਓ ਅੱਜ ਦਿਲ ਖੋਲ ਲਈਏ। ਸਮਾਂ ਹੈ, ਇਹ ਸਮਾਂ ਸ਼ਾਇਦ ਸਾਨੂੰ ਦੁਬਾਰਾ ਕਿੱਥੇ ਪ੍ਰਾਪਤ ਹੋਏਗਾ, ਕਿੱਥੇ ਸਾਰੀ ਦੁਨੀਆ 'ਚ ਕੋਈ ਲਾਕਡਾਊਨ ਹੋਣਾ, ਕਿੱਥੇ ਸਾਨੂੰ ਘਰਾਂ 'ਚ ਬਹਿਣ ਦਾ ਮੌਕਾ ਮਿਲਣਾ ਹੈ, ਕਿੱਥੇ ਸਾਨੂੰ ਆਪਣੇ ਬਾਰੇ ਕੁਝ ਸੋਚਣ ਦਾ ਮੌਕਾ ਮਿਲਣਾ, ਤੇ ਕਿੱਥੇ ਸਾਨੂੰ ਕਲਗੀਧਰ ਪਾਤਸ਼ਾਹ ਚੇਤੇ ਆਉਣਾ ਹੈ, ਤੇ ਕਿੱਥੇ ਅਸੀਂ ਐਸੇ ਇਤਿਹਾਸ ਦੇ ਨਾਲ ਜੁੜਨਾ ਹੈ ਜਿੱਥੇ ਉਹ ਜਸੂਸਾਂ ਨੂੰ ਵੀ ਬਖਸ਼ਦਾ ਪਿਆ ਹੈ, ਪਾਪੀਆਂ ਨੂੰ ਵੀ ਬਖਸ਼ਦਾ ਪਿਆ ਹੈ। ਆਓ ਕਿਉਂ ਨਾ ਆਪਾਂ ਆਪਣੇ ਗੁਨਾਹ ਵੀ ਬਖਸ਼ਾ ਲਈਏ। ਪਾਤਸ਼ਾਹ, ਅਸੀਂ ਭੁੱਲ ਗਏ ਸੀ, ਸਾਨੂੰ ਸੋਝੀ ਹੀ ਨਹੀਂ ਸੀ। ਕਈ ਗਲਤੀਆਂ ਅਸੀਂ ਜਾਣੇ ਅਣਜਾਣੇ ਵਿੱਚ ਜ਼ਿੰਦਗੀ 'ਚ ਕੀਤੀਆਂ, ਉਹ ਸਾਡੇ ਗੁਨਾਹ ਤੋਂ ਮਾਫ਼ ਕਰ ਦੇ ਪਾਤਸ਼ਾਹ। ਸਾਡੇ ਗੁਨਾਹ ਮਾਫ਼ ਕਰ ਦੇ। ਜਿਵੇਂ ਤੁਸੀਂ ਉਸ ਠੱਗ ਨੂੰ ਸੱਚੀ ਮੁੱਚੀ ਸੱਜਣ ਬਣਾ ਲਿਆ ਸੀ, ਅਸੀਂ ਉਸ ਤੋਂ ਵੀ ਵਧੀਕ ਪਾਕੀ। ਸਾਡੇ ਗੁਨਾਹ ਉਸ ਤੋਂ ਵੀ ਵੱਡੇ ਨੇ। ਸੱਚੇ ਪਾਤਸ਼ਾਹ, ਸਾਨੂੰ ਮਾਫ਼ ਕਰ ਲੈ, ਸਾਨੂੰ ਆਪਣਾ ਬਣਾ ਲੈ। ਸੋ ਨਾਲ ਹੀ ਨਾਲ ਇਤਿਹਾਸ ਦੇ ਨਾਲ ਵੀ ਚੱਲਦੇ ਚੱਲੀਏ। ਐਸੀਆਂ ਹੀ ਕੁਝ ਰਜੋਈਆਂ ਜੋ ਹਨ ਹੁਣ ਹਕੀਮ ਅਬੁਲ ਤਰਾਬ ਦੇ ਅੰਦਰ ਵੀ ਚਲਦੀਆਂ ਪਈਆਂ ਨੇ। ਹੁਣ ਆਪਾਂ ਕਈ ਵਾਰੀ ਮਹਿਸੂਸ ਕਰਦੇ ਹਾਂ ਨਾ ਕਿ ਕਿਤੇ ਬੜਾ ਘੱਟਾ ਪਿਆ ਹੋਇਆ ਤੇ ਉੱਥੇ ਖੁੱਲ੍ਹਾ ਜਿਹਾ ਕਿਤੇ ਪਾਣੀ ਰੋੜ ਦਈਏ ਤੇ ਬਿਲਕੁਲ ਐ ਸਾਫ਼ ਹੋ ਜਾਂਦਾ ਹੈ। ਜਾਂ ਹੋਰ ਸਮਝਣਾ ਹੋਏ ਤੇ ਕਿਤੇ ਮੀਂਹ ਦਾ ਸ਼ਰਾਟਾ ਪੈ ਜੇ ਤੇ ਸਭ ਗੰਦਗੀ ਨਿਕਲ ਜਾਂਦੀ ਹੈ। ਹੁਣ ਇੱਥੇ ਤਾਂ ਗੁਰੂ ਕਲਗੀਧਰ ਪਾਤਸ਼ਾਹ ਦੀ ਮਿਹਰ ਦਾ ਮੀਂਹ ਪੈ ਰਿਹਾ ਸੀ, ਹੁਣ ਅੰਦਰੋਂ ਗੰਦਗੀ ਨਿਕਲਣ ਲੱਗ ਪਈ ਹੈ। ਗੁਰੂ ਦਾ ਤਾਂ ਔਰਾ ਹੀ ਬਹੁਤ ਹੁੰਦਾ, ਇਹਨੂੰ ਤਾਂ ਸਪਰਸ਼ ਪ੍ਰਾਪਤ ਹੋ ਗਿਆ, ਇਹਨੂੰ ਤਾਂ ਹੁਣ ਉਹ ਸਪਰਸ਼ ਪ੍ਰਾਪਤ ਹੋ ਗਿਆ। ਹੁਣ ਮਹਾਰਾਜ ਨੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਕਿ ਸਾਰੀ ਉਮਰ ਬਿਖ ਦਾ ਹੀ ਵਪਾਰ ਕੀਤਾ ਹੀ, ਆ ਹੁਣ ਅੰਮ੍ਰਿਤ ਦਾ ਕੁੰਡ ਬਣ ਜਾ। ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ। ਹੁਣ ਮੇਰਾ ਕਰਤਾ ਆ ਗਿਆ। ਹੁਣ ਦੁੱਖ ਦਲਿੱਦਰ ਪਾਪ ਭੱਜ ਜਾਣਗੇ, ਭੱਜ ਜਾਣਗੇ, ਭੱਜ ਜਾਣਗੇ। ਉਹਦੀ ਮਿਹਰ ਰਹਿਮਤ ਆਣ ਵਸੇਗੀ। ਆਪ ਜੀ ਵਿੱਚੋਂ ਵੀ ਬਹੁਤ ਸਾਰੇ ਗੁਰੂ ਪਿਆਰਿਆਂ ਨੇ ਐਸੇ ਪਲ ਮਹਿਸੂਸ ਕੀਤੇ ਹੋਣਗੇ ਜ਼ਿੰਦਗੀ ਦੇ ਵਿੱਚ, ਜਦੋਂ ਜ਼ਿੰਦਗੀ ਦੇ ਵਿੱਚ ਬਦਲਾਅ ਆਇਆ ਹੋਏਗਾ। ਜੇ ਅੱਜ ਆਪ ਜੀ ਇਸ ਪ੍ਰੋਗਰਾਮ ਦੇ ਨਾਲ ਜੁੜੇ ਬੈਠੇ ਹੋ ਤਾਂ ਕੋਈ ਨਾ ਕੋਈ ਤਾਂ ਕਰਮ ਹੈ ਹੀ ਹੈ ਨਾ ਉਸ ਬਾਜਾਂ ਵਾਲੇ ਦਾ। ਨਹੀਂ ਤੇ ਚੈਨਲ ਤਾਂ ਹੋਰ ਵੀ ਬੜੇ ਨੇ, ਨਹੀਂ ਤੇ ਹੋਰ ਵੀ ਬੜੇ ਸਾਧਨ ਨੇ। ਜੇ ਤੁਸੀਂ ਇਸ ਵਕਤ ਸੁਣਦੇ ਪਏ ਹੋ, ਜੇ ਤੁਸੀਂ ਜੁੜੇ ਹੋ, ਤੇ ਕੋਈ ਨਾ ਕੋਈ ਉਹਦੀ ਰਹਿਮਤ ਤਾਂ ਹੈ ਹੀ ਹੈ ਨਾ। ਉਹ ਚਾਹੁੰਦਾ ਹੈ ਕਿ ਜਿਵੇਂ ਉਸ ਵੇਲੇ ਇਹ ਖੇਡਾਂ ਰਚਾਈਆਂ, ਉਹ ਇਸ ਵੇਲੇ ਵੀ ਰਚਾਉਣਾ ਚਾਹੁੰਦਾ ਹੈ। ਸੋ ਗੁਰੂ ਕਿਰਪਾ ਕਰੇ ਸਾਡੇ ਅੰਦਰੋਂ ਵੀ ਵਿੱਚੋਂ ਮਾਰ ਕੱਢੀਆਂ ਬੁਰਾਈਆਂ, ਸਾਡੀਆਂ ਬੁਰਾਈਆਂ ਸਤਿਗੁਰੂ ਕੱਢ ਦੇਣ, ਮਾਰ ਦੇਣ, ਦੂਰ ਕਰ ਦੇਣ। ਇਹ ਲਾਕਡਾਊਨ
ਇਹ ਸਾਡੇ ਪਾਪਾਂ ਦਾ ਲਾਕਡਾਊਨ ਹੋ ਜਾਏ, ਸਾਡੇ ਜੀਵਨ 'ਚੋਂ ਉਹ ਕਮੀਆਂ ਪੇਸ਼ੀਆਂ ਦੂਰ ਹੋ ਜਾਣ, ਅਸੀਂ ਸੱਚੀ ਮੁੱਚੀ ਉਸ ਨੂੰ ਆਪਣਾ ਮੰਨ ਲਈਏ। ਤੇ ਕਿਤੇ ਉਹ ਵੀ ਰਹਿਮ ਦੇ ਘਰ ਵਿੱਚ ਆ ਕੇ ਸਾਨੂੰ ਆਪਣਾ ਮੰਨ ਲਏ ਤੇ ਸਾਡਾ ਆਉਣਾ ਸਫਲਾ ਹੋ ਜਾਏਗਾ। ਉਸ ਦਇਆ ਦੇ ਸਾਗਰ ਨੂੰ, ਗੁਰੂ ਕਲਗੀਧਰ ਪਿਤਾ ਨੂੰ ਆਓ ਆਪਾਂ ਆਪਣਾ ਮਨ ਸਮਰਪਿਤ ਕਰੀਏ। ਐਸਾ ਸਤਿਗੁਰ ਜੇ ਮਿਲੈ ਤਿਸਨੂੰ ਸਿਰ ਸੌਂਪੀਐ, ਐਸਾ ਸਤਿਗੁਰ ਜੇ ਮਿਲੈ ਤਿਸਨੂੰ ਸਿਰ ਸੌਂਪੀਐ, ਵਿੱਚੋਂ ਆਪ ਜਾਏ। ਆਓ ਸੌਂਪ ਦਈਏ ਸਿਰ, ਆਪਾ ਭਾਵ ਛੱਡ ਦਈਏ, ਉਹਦੇ ਹੋ ਜਾਈਏ, ਉਹਦੇ ਹੋ ਜਾਈਏ। अपना दावा छड़ दइए, जब हम होते तब तू नाही, अब तू ही मैं नाही। आपा भाव छड़ दइए, ओदे ते छड़ दइए। असी तो ओदी उंगली भी नहीं फड़न जोगे, साड़ी उंगली फड़ी हो सकता किते कोई झटका लगे छुट जाए, आओ बांह ही उन्होंने फड़ा दईए। संगत जी आओ बांह अपनी कलगीधर पातशाह नूं फड़ाइए। हे पातशाह, जिवें वो अबुल तराब ते तरस करके ओदी बांह फड़ ली सी, है ना, अज किरपा कर दे साडी भी बांह फड़ लै, साडी भी बांह फड़ लै। सानू पता है तू बांह फड़ियां दी लाज पकाउणी जाणदा है। तू साडी बांह फड़ी होएगी, फिर सानू तू डुब्बन नहीं देगा। तू किरपा कर, तू मेहर कर, साडी बांह फड़ लै। आनंदपुर वासिया, आनंद वरसाउण वाले पातशाह, कलगियां वाले पातशाह, ये अमृत दे दाते सतगुरु, साडी बांह फड़ लै। सानू अपने लड़ ला लैगा बाजां वालिया। सो आपां महसूस कर सकते हैं कि उस अबुल तराब दे उत्ते की बीतरी होएगी। एकदम शरीर हौला हो गया, और वैराग दे विच सारे पाप धुल गए। गुरु कलगीधर दे प्रताप दे नाल सब खोट निकल गई। हुण खरा सोना बन गया। हुण खरा सोना बना दिता है। खोट निकल जाए ना, फिर खरा हो जाता है। गंदगी निकल जाए, फिर स्वच्छता आ जाती है। सो सतगुर सच्चे पातशाह ने कृपा की, उन्होंने टिका दे दिता। वो जिहड़े अंदर दे जवार भाटे उहदे उछाले लै रहे सी ना, हुण शांत, हुण सतलुज दे उस जल वांगू ऐ शांत हो गया। आओ अपने मन च भी वो शांति लैके आईए। जे गुरु कलगीधर दा पल्ला फड़ लवांगे, फिर शांति ही शांति है, मेर ही मेर है। सतगुर सच्चे पातशाह किरपा करे, साडे सिर ते भी अपना मेरां दा हथ धर देवे। समा हुण अज दे एपीसोड दा इत्थे समाप्ति वाल है। मैं समझदा कि अखीर दे विच फिर एक बारी उस सोहणे माही नूं याद कर लईए, उस अपने दशमेश पिता नूं याद कर लईए। संगत जी,
ਵੇਖੋ ਉਹਦੇ ਕਿੱਡੀ ਵੱਡੀ ਕਿਰਪਾ ਆ ਕਿ ਉਹ ਕਹਿ ਰਿਹਾ ਕਿ ਆਓ ਮੇਰੇ ਪੁੱਤਰੋ ਧੀਓ, ਆਓ ਮੇਰੀ ਗੋਦ ਵਿੱਚ ਆ ਜਾਓ। ਰੱਬ ਬਾਹਾਂ ਉਲਾਰੀ ਖੜਾ ਹੈ ਤੇ ਹੁਣ ਜੇ ਅਸੀਂ ਪਿੱਠ ਕਰੀ ਰੱਖੀਏ ਤੇ ਫਿਰ ਉਹਦਾ ਤਾਂ ਕੋਈ ਕਸੂਰ ਨਹੀਂ ਹੈ ਨਾ। ਅਸੀਂ ਉਹਦੀ ਸੁਣੀ ਅਣਸੁਣੀ ਕਰ ਦਈਏ ਤੇ ਫਿਰ ਕਸੂਰ ਤਾਂ ਸਾਡਾ ਹੀ ਆ ਨਾ। ਉਹ ਤਾਂ ਰਹਿਮਤਾਂ ਦੇ ਘਰ ਵਿੱਚ ਹੁਣ ਆਵਾਜ਼ਾਂ ਦੇ ਰਿਹਾ। ਉਹ ਤਾਂ ਕਹਿ ਰਿਹਾ ਉਹ ਅੱਜ ਮੈਂ ਤੁਹਾਡਾ ਪਿਤਾ ਬਣਨ ਨੂੰ ਤਿਆਰ ਹਾਂ, ਆਓ ਮੇਰੇ ਬੱਚਿਓ। ਪਿਓ ਮਿਲ ਜਾਏ ਕਲਗੀਧਰ ਵਰਗਾ, ਪਿਓ ਮਿਲ ਜਾਏ ਕਲਗੀਧਰ ਵਰਗਾ, ਮਾਤਾ ਸਾਹਿਬ ਕੌਰ ਜੀ ਮਾਂ ਮਿਲ ਜੇ, ਮਾਤਾ ਸਾਹਿਬ ਕੌਰ ਜੀ ਮਾਂ ਮਿਲ ਜੇ। ਉਹਨੇ ਹੋਰ ਕੀ ਲੈਣਾ ਦੁਨੀਆ ਤੋਂ, ਉਹਨੇ ਹੋਰ ਕੀ ਲੈਣਾ ਦੁਨੀਆ ਤੋਂ, ਜਿਹਨੂੰ ਆਨੰਦਪੁਰ ਵਰਗੀ ਥਾਂ ਮਿਲ ਜੇ, ਜਿਹਨੂੰ ਆਨੰਦਪੁਰ ਵਰਗੀ ਥਾਂ ਮਿਲ ਜੇ। ਪਿਓ ਮਿਲ ਜਾਏ ਕਲਗੀਧਰ ਵਰਗਾ। ਆਓ ਉਸ ਪਿਤਾ ਦੇ ਚਰਨਾਂ ਤੇ ਨਮਸਕਾਰ ਕਰੀਏ। ਪਾਤਸ਼ਾਹ ਸਾਡੀ ਅਰਦਾਸ ਕਬੂਲ ਕਰਨ। ਫਤਿਹ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।